ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਗੇ। ਅੱਜ ਦਾ ਵਿਸ਼ਾ ਮੈਸੇਜ ਕੱਲ ਵੀ ਮੈਂ ਲਿਖ ਕੇ ਪਾਇਆ ਸੀ ਗਰੁੱਪ ਦੇ ਵਿੱਚ ਕਿ ਗੁਰਬਾਣੀ ਖੋਜ ਲਈ ਵਿਆਕਰਣ ਦੀ ਲੋੜ ਹੈ। ਕੀ ਗੁਰਬਾਣੀ ਵਿੱਚ ਵਿਆਕਰਣ ਨੂੰ ਕੋਈ ਥਾਂ ਦਿੱਤੀ ਗਈ ਹੈ? ਇਹ ਦੋ ਸਵਾਲ ਨੇ। ਬਹੁਤ 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 ਹੀ ਜ਼ਿਆਦਾ ਅੱਜ ਕੱਲ੍ਹ ਚਰਚਾ ਹੋ ਰਿਹਾ, ਬੁੱਕਸ ਲਿਖੀਆਂ ਜਾ ਰਹੀਆਂ ਨੇ ਗੁਰਬਾਣੀ ਵਿਆਕਰਣ। ਲੋਕ ਬਹੁਤ ਵਿਦਵਾਨ ਨੇ, ਬਹੁਤ ਪੜ੍ਹੇ ਲਿਖੇ ਨੇ। ਮੈਂ ਕਿਸੇ ਨੂੰ ਵੀ ਰੱਦ ਨਹੀਂ ਕਰਨਾ, ਮੇਰੀ ਇੰਨੀ ਸਮਰੱਥਾ ਨਹੀਂ ਹੈ। ਆਪਾਂ ਸਿਰਫ ਇੱਕ ਕੋਸ਼ਿਸ਼ ਕਰਨੀ ਹੈ, ਇੱਕ ਬਾਣੀ ਦੇ ਵਿੱਚੋਂ ਹਲੂਣਾ ਦੇਣਾ, ਇੱਕ ਹੋਕਾ ਦੇਣਾ ਕਿ ਜਿਹੜਾ ਵਿਸ਼ਾ ਜ਼ਰੂਰੀ ਹੈ ਆਪਾਂ ਉਹ ਕੰਮ ਕਰੀਏ। ਜੋ ਬਾਬਾ ਨਾਨਕ ਕਹਿੰਦਾ ਕਿ ਇਹ ਕੰਮ ਨਾ ਕਰੋ, ਆਪਾਂ ਉਹ ਬਾਣੀ ਰਾਹੀਂ ਖੋਜ ਕੇ ਕੱਢਾਂਗੇ ਗੱਲਾਂ, ਉਹਨਾਂ ਨੂੰ ਕੰਪਲੀਟਲੀ ਤਿਆਗੋ। ਜੀਵਨ ਬਹੁਤ ਇੰਪੋਰਟੈਂਟ ਹੈ ਔਰ ਫਿਰ ਇਹੋ ਹੀ ਵਾਰੀ ਹੈ। ਜਿੰਨੀਆਂ ਗੱਲਾਂ ਆਪਾਂ ਬੋਲਦੇ ਹਾਂ, ਵਿਚਾਰਦੇ ਹਾਂ, ਉਹ ਸਾਰੀਆਂ ਆਪਾਂ ਇਸੇ ਜੀਵਨ 'ਚ ਕਰਨੀਆਂ ਨੇ। ਬਹੁਤ ਬਾਣੀਆਂ ਆਪਾਂ ਵਿਚਾਰ ਆਏ ਹਾਂ, ਬੜੇ ਟੌਪਿਕਸ ਆਪਾਂ ਲੈ ਆਏ ਹਾਂ। ਪਿਛਲੇ ਤਕਰੀਬਨ 2 ਸਾਲ ਹੀ ਹੋ ਚੱਲੇ ਆਪਾਂ ਨੂੰ ਹੁਣ। ਸੋ ਜੇਕਰ ਆਪ ਜੀ ਧਿਆਨ ਨਾਲ ਸਰਵਣ ਕਰ ਰਹੇ ਹੋ ਤੇ ਕਾਫੀ ਗੱਲਾਂ ਕਲੀਅਰ ਹੋ ਚੁੱਕੀਆਂ ਹੋਣਗੀਆਂ। ਹੁਣ ਆਪਾਂ ਕੇਵਲ ਹਾਈ ਲੈਵਲ ਦੀ ਗੱਲ ਕਰਨੀ ਹੈ, ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ। ਜਿਹੜੀਆਂ ਗੱਲਾਂ ਆਪਾਂ ਵਿਚਾਰ ਆਏ ਆ ਉਹਨਾਂ ਨੂੰ ਆਪਾਂ ਥੋੜਾ ਥੋੜਾ ਛੋਹ ਕੇ ਅਗਾਂਹ ਲੰਘਾਂਗੇ। ਵਿਆਕਰਣ ਦੇਖੋ, ਵਿਆਕਰਣ ਬਹੁਤ ਜ਼ਰੂਰੀ ਹੈ ਕਿਸੇ ਲੈਂਗੁਏਜ ਵਾਸਤੇ, ਕਿਸੇ ਭਾਸ਼ਾ ਵਾਸਤੇ। ਕੋਈ ਬੋਲੀ ਸਿੱਖਣੀ ਹੋਏ ਤੇ ਉਹਦੀ ਗ੍ਰਾਮਰ ਦਾ, ਵਿਆਕਰਣ ਦਾ ਗਿਆਨ ਬੜਾ ਜ਼ਰੂਰੀ ਹੈ। ਉਹ ਬੋਲੀ ਪ੍ਰੈਜ਼ੈਂਟ 'ਚ ਬੋਲਣੀ ਹੈ ਜਾਂ ਪਾਸਟ ਵਿੱਚ ਗੱਲਾਂ ਕਰਨੀਆਂ ਜਾਂ ਫਿਊਚਰ ਵਿੱਚ ਆਪਾਂ ਫਿਕਰੇ ਬਣਾਉਣੇ ਆ, ਉਹਦੇ ਲਈ ਆਪਾਂ ਨੂੰ ਵਿਆਕਰਣ ਦਾ ਗਿਆਨ ਬੜਾ ਜ਼ਰੂਰੀ ਹੈ। ਨਾਉ, ਪੜਨਾਉ, ਐਡਜੈਕਟਿਵ, ਵਰਬਸ, ਪ੍ਰੋਵਰਬਸ ਬਹੁਤ ਭਾਰਾ ਵਿਸ਼ਾ ਹੈ। ਮੈਂ ਫੇਰ ਕਹਿ ਦਿੰਦਾ ਵੀ ਮੈਨੂੰ ਇੰਨਾ ਗਿਆਨ ਨਹੀਂ ਹੈ ਇਹਨਾਂ ਚੀਜ਼ਾਂ ਦਾ, ਪਰ ਗੁਰਬਾਣੀ ਰਾਹੀਂ ਆਪਾਂ ਖੋਜਦੇ ਜਾਣਾ ਹੈ। ਗੁਰਬਾਣੀ ਰਾਹੀਂ ਆਪਾਂ ਜੋ ਚੀਜ਼ਾਂ ਸਾਨੂੰ ਬਾਬਾ ਨਾਨਕ ਕਹਿ ਰਿਹਾ ਹੈ ਅਡਾਪਟ ਕਰਨ ਵਾਸਤੇ, ਉਹ ਚੀਜ਼ਾਂ ਆਪਾਂ ਅਡਾਪਟ ਕਰਨੀਆਂ। ਜੋ ਚੀਜ਼ਾਂ ਬਾਬਾ ਨਾਨਕ ਕਹਿ ਰਿਹਾ ਹੈ ਛੱਡਣ ਵਾਸਤੇ, ਉਹ ਆਪਾਂ ਛੱਡ ਵੀ ਦੇਣੀਆਂ। ਕਿਉਂਕਿ ਲਾਈਫ ਬੜੀ ਇੰਪੋਰਟੈਂਟ ਹੈ, ਸਮਾਂ ਬਹੁਤ ਇੰਪੋਰਟੈਂਟ ਹੈ। ਮੈਂ ਫੇਰ ਕਹਿ ਦਿੰਦਾ ਕਿ ਜੋ ਵੀ ਗੁਰਬਾਣੀ 'ਚ ਲਿਖਿਆ ਇਹ ਵਾਪਰਦਾ। ਜਿੰਨੀਆਂ ਵੀ ਆਪਾਂ ਗੱਲਾਂ ਕੀਤੀਆਂ ਨੇ ਇਹ ਵਾਪਰਦੀਆਂ ਨੇ, ਤੇ ਜੇ ਇਸ ਜੀਵਨ 'ਚ ਆਪਾਂ ਉਹਨਾਂ ਦਾ ਆਨੰਦ ਨਾ ਲਿਆ, ਉਹਨਾਂ ਨੂੰ ਨਾ ਮਾਣਿਆ, ਤੇ ਇਹ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਵੇਸਟ ਹੋ ਜਾਣਾ। ਮੌਕਾ ਜਿਹੜਾ, ਵਾਰੀ ਹੈ ਜਿਹੜੀ ਸਾਡੀ ਇਹ ਮਨੁੱਖਾ ਜਨਮ ਦੇ ਵਿੱਚ ਆਈ, ਇਹ ਐਵੇਂ ਲੰਘ ਜਾਣੀ ਆ। ਹੁਣ ਆਓ ਆਪਾਂ ਆਪਣੇ ਵਿਸ਼ੇ ਲਾਈਏ।
ਸਾਡਾ ਵਿਸ਼ਾ ਹੈ ਵਿਆਕਰਣ। ਵਿਆਕਰਣ ਦਾ ਪਤਾ ਹੀ ਹੈ ਸਾਰਿਆਂ ਨੂੰ ਕੀ ਹੈ, ਗ੍ਰਾਮਰ। ਅਸੀਂ ਸਿਰਫ ਇਹ ਚੀਜ਼ ਗੁਰਬਾਣੀ ਚੋਂ ਕੱਢਣੀ ਹੈ ਵੀ ਕੀ ਇਹ ਜ਼ਰੂਰੀ ਹੈ? ਕੀ ਗੁਰਬਾਣੀ ਦੇ ਮੀਨਿੰਗਸ, ਗੁਰਬਾਣੀ ਦੀ ਸਮਝ ਕੇਵਲ ਵਿਆਕਰਣ ਨਾਲ ਹੀ ਲੱਗ ਸਕਦੀ ਹੈ? ਸਾਡੇ ਕੋਲ ਹੋਰ ਵੀ ਸਵਾਲ ਨੇ। ਕੀ ਧਰੁਵ ਪ੍ਰਹਿਲਾਦ ਜੀ ਵਿਆਕਰਣ ਪੜ੍ਹਦੇ ਸੀ ਪਹਿਲਾਂ? ਕੀ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ ਨੇ ਪਹਿਲਾਂ ਵਿਆਕਰਣ ਸਿੱਖੀ ਸੀ? ਕੀ ਗੁਰਬਾਣੀ ਦੇਣ ਤੋਂ ਪਹਿਲਾਂ ਗੁਰੂ ਨਾਨਕ ਬਾਬੇ ਨੇ ਵਿਆਕਰਣ ਕਿਤੇ ਐਕਸਪਲੇਨ ਕੀਤੀ ਹੈ? ਕਿ ਬੰਦੇ ਦੀ ਬਣਾਈ ਹੋਈ ਵਿਆਕਰਣ ਇਸ ਇਲਾਹੀ, ਇਸ ਅਗੰਮੀ, ਉੱਚ ਪੱਧਰੀ ਬਾਬੇ ਨਾਨਕ ਦੇ ਜੋ ਉੱਚ ਹੱਦੀ ਵੈਣ ਨੇ, ਇਹਨਾਂ ਨੂੰ ਖੋਲ ਸਕਦੀ ਹੈ? ਮੈਂ ਪਹਿਲਾਂ ਕਹਿ ਦਿੰਦਾ ਕਿ ਲੈਂਗੁਏਜ, ਭਾਸ਼ਾ ਸਿੱਖਣ ਵਾਸਤੇ ਵਿਆਕਰਣ ਜ਼ਰੂਰੀ ਹੈ, ਲੇਕਿਨ ਇਹ ਜਿਹੜਾ ਇਲਾਹੀ ਗਿਆਨ ਹੈ, ਇਹਦੇ ਲਈ ਵਿਆਕਰਣ ਜ਼ਰੂਰੀ ਨਹੀਂ ਹੈ। ਇਹ ਸਾਨੂੰ ਗੁਰਬਾਣੀ ਚੋਂ ਹੀ ਗਿਆਨ ਮਿਲਣਾ। ਔਰ ਅੱਜ ਆਪਾਂ ਬੜੇ ਪਾਏ ਦੀ ਗੱਲ ਕਰਨੀ ਹੈ, ਬਹੁਤਾ ਜ਼ਿਆਦਾ ਲੰਮਾ ਨਹੀਂ ਕਰਨਾ, ਕਿਉਂਕਿ 2 ਸ਼ਬਦ ਲੈਣੇ ਹੈ ਔਰ ਆਪਾਂ ਇਹਨਾਂ ਦਾ ਪੂਰਾ ਗਿਆਨ ਲੈ ਕੇ ਆਪਣੇ ਸਮੇਂ ਦੇ ਵਿੱਚ ਰਹਿ ਕੇ ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। 2 ਸ਼ਬਦ ਨੇ ਜਿਹੜੇ ਆਪਾਂ ਅੱਜ ਕੋਸ਼ਿਸ਼ ਕਰਕੇ ਵਿਚਾਰਨੇ ਆ। ਇੱਕ ਪੇਜ ਨੰਬਰ 476 ਤੇ ਹੈ, ਆਸਾ ਰਾਗ ਦੇ ਵਿੱਚ। ਇਹ ਬਾਣੀ ਹੈ ਭਗਤ ਕਬੀਰ ਜੀ ਦੀ। ਸਕਰੀਨ ਤੇ ਦਰਸ਼ਨ ਕਰੋ। ਆਪਣਾ ਜਿਵੇਂ ਥੰਬ ਰੂਲ ਹੈ ਕਿ ਆਪਾਂ ਰਹਾਉ ਦੀ ਤੁਕ ਤੋਂ ਆਪਾਂ ਗਿਆਨ ਨਾਲ ਸਾਂਝ ਪਾਉਣੀ ਸ਼ੁਰੂ ਕਰਨੀ ਹੈ, ਕਿਉਂਕਿ ਰਹਾਉ ਹੀ ਸ਼ਬਦ ਦਾ ਐਕਸਟ੍ਰੈਕਟ ਹੈ। ਹੁਣ ਇਹ ਕਹਿੰਦੇ ਤਾ ਤੇ ਸੇਵੀਏ ਲੈ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾ ਕੇ ਕਹਾਂ ਕਰੇ ਜਮਨਾ। ਅੱਛਾ, ਇਹ ਦੇਖੋ ਇੱਕ ਕਾਫੀਆ ਵੀ ਹੈ, ਮਰਨਾ, ਜਮਨਾ, ਹੈ ਨਾ, ਭਰਮਨਾ। ਦੂਸਰਾ ਜਿਹੜਾ ਇਹ ਲਫ਼ਜ਼, ਇਹਦੇ ਆਪਾਂ ਮੀਨਿੰਗਸ ਕੱਢਣੇ ਆ ਗੁਰਬਾਣੀ ਦੇ ਅਕੋਰਡਿੰਗਲੀ। ਜਿੱਥੇ ਲਿਖਿਆ ਹੋਏ ਜਮ ਨਾ, ਉਹਦਾ ਮਤਲਬ ਹੈ ਜਮ ਕੁਝ ਵਿਗਾੜ ਨਹੀਂ ਸਕਦਾ। ਠੀਕ ਹੈ। ਹੁਣ ਜਿਸ ਮਨੁੱਖ ਦੀ ਰਸਨਾ ਅਕਾਲ ਪੁਰਖ ਦੇ ਨਾਮ ਦੇ ਨਾਲ, ਸ਼ਬਦ ਦੇ ਨਾਲ, ਬਚਨ ਦੇ ਨਾਲ ਪ੍ਰੇਮ ਕਰਦੀ ਹੈ, ਭਾਵ ਉਸ ਨਾਮ ਦਾ ਅਭਿਆਸ ਕਰਦੀ ਹੈ। ਰਸਨਾ ਨੇ ਪ੍ਰੇਮ ਕਿਵੇਂ ਕਰਨਾ? ਬੋਲ ਕੇ। ਜਿਹੜੀ ਉਹਦੀ ਕੁਆਲਿਟੀ ਹੈ, ਰਸਨਾ ਨੇ ਬੋਲਣਾ, ਉਹਨੇ ਸਵਾਦ ਚੱਖਣਾ। ਰਸਨਾ ਜਿਹੜੀ ਨਾਮ ਦੇ ਨਾਲ ਪਿਆਰ ਕਰਦੀ ਹੈ, ਜਿਹੜਾ ਮਨੁੱਖ ਜੀਭ ਦੇ ਨਾਲ ਨਾਮ ਦਾ ਅਭਿਆਸ ਕਰਦਾ ਹੈ, ਜਮ ਉਸ ਦਾ ਕੁਝ ਵਿਗਾੜ ਨਹੀਂ ਸਕਦਾ। ਫਿਰ ਕਹਿੰਦੇ ਤਾਂ ਤੇ ਸੇਵੀਏ ਲੈ ਰਾਮ ਨਾ, ਤਾਈਓ ਮੈਂ ਕੀ ਕਰਦਾ? ਮੈਂ ਰਾਮ ਨਾਮ ਦੀ ਸੇਵਾ ਕਰਦਾ, ਸ਼ਬਦ ਅਭਿਆਸ ਰਸਨਾ ਦੇ ਨਾਲ ਕਰਦਾ। ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ।
ਜਿਹੜਾ ਮਨੁੱਖ ਜੀਭ ਦੇ ਨਾਲ ਨਾਮ ਅਭਿਆਸ ਕਰਦਾ ਹੈ, ਜਮ ਉਹਦਾ ਕੁਝ ਵੀ ਵਿਗਾੜ ਨਹੀਂ ਸਕਦਾ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਮੈਂ ਕੀ ਕਰਦਾ, ਮੈਂ ਅੱਠੋ ਪਹਿਰ ਇਸ ਸ਼ਬਦ ਦੀ, ਇਸ ਨਾਮ ਦੀ ਸੇਵਾ ਕਰਦਾ ਰਸਨਾ ਦੇ ਨਾਲ, ਜਪ ਜਪ ਕੇ। ਹੁਣ ਇਹ ਸ਼ਬਦ ਸ਼ੁਰੂ ਹੁੰਦਾ, ਕਹਿੰਦੇ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ। ਜੋਗੀ ਲੋਕ, ਜਤੀ, ਤਪੀ, ਇਹ ਆਪਾਂ ਚੰਗੀ ਤਰ੍ਹਾਂ ਸ਼ਬਦ ਕੱਢ ਆਏ ਹਾਂ ਪਿਛਲੀਆਂ ਬੈਠਕਾਂ ਦੇ ਵਿੱਚ। ਕਈ ਲੋਕ ਜਿਹੜੇ ਜੋਗੀ ਨੇ, ਇੱਕ ਇਹਨਾਂ ਦਾ ਮਤ ਹੈ ਪੂਰਾ, ਜਿਹੜੇ ਅਕਾਲ ਪੁਰਖ ਨਾਲ, ਜਿਨ੍ਹਾਂ ਨੂੰ ਅਕਾਲ ਪੁਰਖ ਬਾਰੇ ਪਤਾ ਹੈ, ਉਹ ਉਹਦੇ ਨਾਲ ਇੱਕਮਿਕ ਹੋਣ ਦੀ ਕੋਸ਼ਿਸ਼ ਦੇ ਵਿੱਚ ਹਨ, ਲੇਕਿਨ ਉਹਨਾਂ ਦੇ ਕੰਮ ਬੜੇ ਪੁੱਠੇ ਆ। ਉਹ ਕੰਮ ਪ੍ਰਵਾਨ ਨਹੀਂ ਨੇ, ਉਹ ਕੰਮ ਨਿਫਲ ਕਰਮ ਨੇ। ਬਾਬਾ ਨਾਨਕ ਕਹਿੰਦਾ ਅਵਰ ਨਿਰਾਫਲ ਕੰਮ। ਹੁਣ ਇਹ ਜਿਹੜੇ ਜੋਗੀ, ਜਤੀ, ਤਪੀ, ਸੰਨਿਆਸੀ, ਬਹੁ ਤੀਰਥ ਭ੍ਰਮਣਾ, ਇਹਨਾਂ ਦਾ ਕੰਮ ਕੀ ਹੈ? ਮੇਨ ਇਹਨਾਂ ਦਾ ਇਹ ਤੀਰਥ ਯਾਤਰਾ ਬੜੀ ਕਰਦੇ ਆ, ਤੀਰਥਾਂ ਤੇ ਜਾ ਕੇ ਉੱਥੇ ਕਈ ਕਈ ਦਿਨ ਰਹਿੰਦੇ ਆ। ਜੋ ਉੱਥੇ ਕਰਮਕਾਂਡ ਪ੍ਰਚਲਿਤ ਹੈ, ਜੋ ਰਿਵਾਜ ਹੈ ਉੱਥੇ ਤੀਰਥਾਂ ਤੇ, ਉਹਨੂੰ ਉਹ ਪੂਰਾ ਕਰਦੇ ਆ। 68 ਤੀਰਥ ਬਹੁਤ ਵਾਰੀ ਆਇਆ ਹੈ ਗੁਰਬਾਣੀ ਦੇ ਵਿੱਚ। ਕਹਿੰਦੇ ਜਿੰਨੇ ਜੋਗੀ, ਜਤੀ, ਤਪੀ, ਸੰਨਿਆਸੀ, ਬਹੁ ਤੀਰਥ ਭ੍ਰਮਣਾ, ਇਹਨਾਂ ਦਾ ਜਿਹੜਾ ਮੁੱਖ ਕੰਮ ਹੈ ਇਹ ਤੀਰਥ ਯਾਤਰਾ ਹੈ। ਜਤੀ, ਜਿਨੇ ਕਾਮ ਵਾਸ਼ਨਾ ਨੂੰ ਰੋਕਿਆ ਹੋਏ। ਤਪੀ, ਜਿਹੜਾ ਮਨ ਨੂੰ ਹੱਠ ਨਾਲ ਰੋਕਣ ਦੀ ਕੋਸ਼ਿਸ਼ ਕਰਦਾ ਕਈ ਤਰ੍ਹਾਂ ਦੇ ਕਸ਼ਟ ਦੇ ਕੇ। ਭ੍ਰਮਣਾ, ਜਿਹੜਾ ਭਰਮਦਾ ਹੈ, ਜਿਹੜਾ ਭੌਂ ਕਰਦਾ ਹੈ, ਜਿਹੜਾ ਭੌਂਦਾ ਹੈ ਇੱਕ ਤੀਰਥ ਤੋਂ ਦੂਜੇ ਤੇ, ਦੂਜੇ ਤੋਂ ਤੀਜੇ ਤੇ, ਤੀਜੇ ਤੋਂ ਚੌਥੇ ਤੇ। ਅੱਛਾ, ਅੱਗੇ ਕਹਿੰਦੇ ਲੁੰਜਤ, ਮੁੰਜਤ, ਮੋਨ, ਜਟਾਧਰ, ਅੰਤ ਤਉ ਮਰਨਾ। ਲੁੰਜਤ, ਮੁੰਜਤ, ਮੋਨ, ਜਟਾਧਰ, ਅੰਤ ਤਉ ਮਰਨਾ। ਹੁਣ ਇਹ ਜਿਹੜੇ ਬੰਦੇ ਆ ਇਹ ਕਰਮ ਕਾਂਡਾਂ ਵਿੱਚ ਰੁੱਝੇ ਹੋਏ ਆ। ਜਿੰਨੇ ਕਰਮਕਾਂਡ ਉਸ ਤੀਰਥ ਅਸਥਾਨ ਤੇ ਪ੍ਰਚਲਿਤ ਨੇ, ਜੋ ਜੋ ਕਰਨਾ ਹੈ ਉਦਾਂ ਉਦਾਂ ਉਹ ਕਰ ਰਹੇ ਆ। ਲੁੰਜਤ, ਮੁੰਜਤ, ਲੁੰਜਤ ਉਹ ਹੁੰਦਾ ਜਿਹਦੇ ਸਿਰ ਦੇ ਵਾਲ ਮੋਚਨੇ ਨਾਲ ਪੁੱਟੇ ਗਏ ਹੋਣ। ਲੁੰਜਤ ਇੱਕ ਐਸਾ ਕਰਮਕਾਂਡ ਹੈ ਜਿੱਥੇ ਜਿਹੜੇ ਸਿਰ ਦੇ ਕੇਸ ਨੇ, ਸਿਰ ਦੇ ਵਾਲ ਨੇ, ਉਹ ਮੋਚਨੇ ਨਾਲ ਪੁੱਟੇ ਜਾਂਦੇ ਆ। ਇਹ ਬਾਣੀ ਚ ਦਾ ਜ਼ਿਕਰ ਵੀ ਆਇਆ। ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨ ਜਾਵੈ, ਹਰਿ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖੇ ਨਾਮ ਜਪਤ ਗਤ ਪਾਹੇ। ਇਹ ਜੈਨੀ ਏਦਾਂ ਕਰਦੇ ਆ, ਜਿਹੜੇ ਉਹਨਾਂ ਦੇ ਸਿਰ ਦੇ ਵਾਲ ਹੈ ਉਹ ਇੱਕ ਇੱਕ ਕਰਕੇ, ਬਹੁਤ ਸਮਾਂ ਲੱਗਦਾ, ਇੱਕ ਇੱਕ ਕਰਕੇ ਉਹਨਾਂ ਨੂੰ ਮੋਚਨੇ ਨਾਲ ਪੁੱਟਿਆ ਜਾਂਦਾ।
ਉਹ ਉਹਨਾਂ ਦਾ ਕੋਈ ਸੰਜਮ ਹੈ। ਕਈ ਕਈ ਦਿਨ ਉਹਨਾਂ ਦਾ ਸਿਰ ਫਿਰ ਫੁੱਲਿਆ ਰਹਿੰਦਾ, ਸੁੱਜਿਆ ਰਹਿੰਦਾ। ਅੱਛਾ, ਮੁੰਜਤ। ਮੁੰਜਤ, ਜਿਹੜਾ ਮੁੰਜ, ਆਪਾਂ ਪਿੰਡਾਂ 'ਚ ਦੇਖੀਏ ਨਾ, ਦੋ ਤਰ੍ਹਾਂ ਦੇ ਮੰਜੇ ਹੁੰਦੇ ਆ। ਇੱਕ ਮੁੰਜ ਦਾ ਵਾਣ ਜਿਹਨੂੰ ਕਹਿੰਦੇ ਹੈ ਨਾ, ਮੁੰਜ ਦਾ ਮੰਜਾ। ਇੱਕ ਹੁੰਦਾ ਹੈ ਸੂਤ ਦਾ। ਇਹ ਮੁੰਜਤ ਲੋਕ ਉਹ ਹੁੰਦੇ ਆ ਜਿਹੜੇ ਮੁੰਜ ਦੀ ਤੜਾਗੀ ਪਹਿਨਦੇ ਆ। ਮੁੰਜ ਦੀ ਤੜਾਗੀ। ਬ੍ਰਹਮਚਾਰੀ ਉਹ ਅਸਲ 'ਚ ਅਖਵਾਉਂਦੇ ਆ, ਤੇ ਉਹ ਇਹ ਮੁੰਜ ਦੀ ਤੜਾਗੀ ਪਾਉਂਦੇ ਆ। ਕਿੰਨਾ ਔਖਾ ਕੰਮ, ਜਿਹੜਾ ਕਿੰਨੇ ਔਖੇ ਤਰੀਕੇ ਦੇ ਵਿੱਚੋਂ ਉਹ ਰੱਬ ਦੀ ਪ੍ਰਾਪਤੀ ਵਾਸਤੇ ਲੰਘਦੇ ਆ। ਸੋ ਲੁੰਜਤ, ਜਿਹੜੇ ਜਿਨ੍ਹਾਂ ਦੇ ਸਿਰ ਦੇ ਵਾਲ ਮੋਚੜੇ ਨਾਲ ਪੁੱਟੇ ਜਾਂਦੇ ਆ। ਮੁੰਜਤ ਉਹ ਜਿਹੜੇ ਮੁੰਜ ਦੀ ਤੜਾਗੀ ਪਾਉਣ ਵਾਲੇ। ਮੋਨ, ਜਿਹੜੇ ਚੁੱਪ ਰਹਿੰਦੇ, ਬੋਲਦੇ ਹੀ ਨਹੀਂ। ਜਟਾਧਾਰ, ਜਟਾਧਾਰ ਜਿਹੜੇ ਉਹ ਬਹੁਤ ਲੰਮੀਆਂ ਲੰਮੀਆਂ ਜੜਾਵਾਂ ਬਣਾ ਲੈਂਦੇ ਆ। ਸਿਰ ਉਹਨਾਂ ਨੂੰ ਵਾਹੁੰਦੇ ਹੀ ਨਹੀਂ, ਧੋਂਦੇ ਹੀ ਨਹੀਂ। ਕਈ ਕਈ ਦਿਨ ਉਹ ਜੜਾਵਾਂ ਬਣ ਜਾਂਦੀਆਂ ਨੇ। ਉਹ ਜੜਾਵਾਂ ਦਾ ਫੇਰ ਜੂੜਾ ਕਰਦੇ ਆ। ਜਟਾਧਾਰ, ਉਹਨਾਂ ਨੂੰ ਜਟਾਧਾਰੀ ਸਾਧੂ ਵੀ ਕਹਿੰਦੇ ਆ। ਪਰ ਕਹਿੰਦੇ ਤੁਸੀਂ ਆਹ ਕੰਮ ਕਰੀ ਜਾਂਦੇ ਹੋ, ਪਰ ਅੰਤ ਨੂੰ ਮੌਤ ਹੋਣੀ ਹੈ, ਉਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ। ਅੰਤ ਨੂੰ ਜਿਹੜੀ ਮੌਤ ਹੈ, ਜਿਹੜੀ ਅਵਸ਼ ਹੈ, ਉਹਦੇ ਬਾਰੇ ਤੁਹਾਡੇ ਇਸ ਕਰਮਕਾਂਡ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਬਈ ਇਹ ਮਰਨਾ ਵੀ ਹੈ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ। ਨਾ ਅਸੀਂ ਜੋਗੀ ਬਣਨਾ, ਨਾ ਜਤੀ, ਨਾ ਤਪੀ, ਨਾ ਸੰਨਿਆਸੀ। ਨਾ ਹੀ ਸਾਨੂੰ ਹੁਕਮ ਹੈ ਤੀਰਥਾਂ ਤੇ ਤੀਰਥ ਯਾਤਰਾ ਕਰਨ ਦਾ। ਇਹ ਸਭ ਰੱਦੀ ਕਰਤੇ ਗੁਰਬਾਣੀ ਨੇ। ਹੁਣ ਲੁੰਜਤ, ਕਿੰਨਾ ਔਖਾ ਕੰਮ ਹੈ। ਮੁੰਜਤ, ਮੋਨ, ਜਟਾਧਰ, ਅੰਤ ਤਉ ਮਰਨਾ। ਕੰਮ ਅਸੀਂ ਆ ਵੀ ਨਹੀਂ ਕਰਨੇ। ਨਾ ਅਸੀਂ ਲੁੰਜਤ ਹੋਣਾ, ਨਾ ਮੁੰਜਤ, ਨਾ ਮੋਨੀ ਬਣਨਾ, ਨਾ ਜਟਾਧਾਰੀ ਬਣਨਾ। ਪਰ ਹਾਂ, ਅੰਤ ਤੋਂ ਅੰਤੇ ਤਉ ਮਰਨਾ, ਇਹਦਾ ਭਾਵ ਇਹ ਨਹੀਂ ਵੀ ਅੰਤ ਨੂੰ ਮਰਨਾ ਹੈ। ਇਹਦਾ ਭਾਵ, ਹੁਣ ਥੋੜਾ ਜਿਹਾ ਡੀਪ ਲਿਜਾਣਾ, ਇਹਦਾ ਭਾਵ ਹੈ ਵੀ ਜਨਮ ਮਰਨ ਦੇ ਗੇੜ ਦੇ ਵਿੱਚ ਰਹਿਣਾ ਹੈ ਜੇ ਆਹ ਕੰਮ ਕਰਾਂਗੇ। ਕਿਉਂਕਿ ਇਹ ਕੰਮ ਕਰਕੇ ਛੁਟਕਾਰਾ ਨਹੀਂ ਮੰਨਿਆ ਬਾਬੇ ਨਾਨਕ ਨੇ ਕਿਤੇ ਵੀ ਸਾਰੀ ਗੁਰਬਾਣੀ 'ਚ। ਅੰਤ ਤੋਂ ਮਰਨਾ, ਜਨਮ ਮਰਨ ਦੇ ਗੇੜ ਦੇ ਵਿੱਚ ਪੈਣਾ ਹੈ, ਜਮ ਨਾਲ ਵਾਸਤਾ ਪੈਣਾ ਹੈ। ਰਹਾਓ ਕੀ ਕਹਿੰਦਾ? ਕਹਿੰਦਾ ਤਾਂ ਤੇ ਸੇਵੀਲੇ ਰਾਮ ਨਾਮ। ਉਹ ਤਾਈਓ ਮੈਂ ਰਾਮ ਨਾਮ ਦੀ ਸੇਵਾ ਕਰ ਰਿਹਾ। ਮੈਂ ਰਸਨਾ ਦੇ ਨਾਲ ਸ਼ਬਦ ਦਾ ਅਭਿਆਸ ਕਰ ਰਿਹਾ। ਰਸਨਾ ਰਾਮ ਨਾਮ ਹਿਤ ਜਾ ਕੇ ਕਹਾ ਕਰੇ ਜਮਨਾ। ਇਸ ਕਰਕੇ ਜਮ ਨਾਲ ਮੇਰਾ ਵਾਸਤਾ ਨਹੀਂ ਪੈਣਾ। ਮੈਂ ਕਿਉਂਕਿ ਜਨਮ ਮਰਨ ਦੇ ਗੇੜ ਚੋਂ ਇਸ ਰਾਮ ਨਾਮ ਦੇ ਅਭਿਆਸ ਦੇ ਨਾਲ, ਸ਼ਬਦ ਦੇ ਅਭਿਆਸ ਦੇ ਨਾਲ ਮੁਕਤ ਹੋ ਜਾਣਾ। ਅੱਗੇ ਚਲੀਏ। ਨੰਬਰ 2, ਆਗਮ ਨਿਰਗਮ ਜੋਤਕ ਜਾਣੈ ਬਹੁ ਬਹੁ ਵਿਆਕਰਨਾ। ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ। ਬੜੀ ਇੰਪੋਰਟੈਂਟ ਗੱਲ ਹੈ। ਜਿਹੜਾ ਸਾਡਾ ਵਿਸ਼ਾ ਹੈ ਉਹ ਲਫ਼ਜ਼ ਇੱਥੇ ਆ ਰਿਹਾ। ਜਿਹੜੇ ਲੋਕ ਭਵਿੱਖਬਾਣੀ ਕਰਨਾ ਜਾਣਦੇ, ਵੇਦਾਂ ਦੇ ਮੰਤਰਾਂ ਦਾ ਜਿਹੜੇ ਲੋਕ ਗਿਆਨ ਦਿੰਦੇ ਆ, ਜਿਹੜੇ ਲੋਕ ਜੋਤਿਸ਼ ਬਾਰੇ ਜਾਣਦੇ ਆ, ਫਿਊਚਰ ਦੱਸ ਦਿੰਦੇ ਆ, ਉਹ ਕਈ ਵਾਰੀ ਸਹੀ ਵੀ ਹੋ ਜਾਂਦਾ। ਇਹ ਵੀ ਇੱਕ ਸਾਇੰਸ ਹੈ। ਕਈ ਵਾਰੀ ਸਹੀ ਵੀ ਹੋ ਜਾਂਦਾ। ਉਹਨਾਂ ਦੀ ਸਟੱਡੀ ਕੀਤੀ ਹੁੰਦੀ ਹੈ ਜੋਤਿਸ਼ ਵਿਦਿਆ ਦੀ,
ਤੇ ਉਹ ਕਈ ਲੋਕ ਮੰਨਦੇ ਉਸ ਨੂੰ, ਕਈ ਲੋਕ ਕਹਿੰਦੇ ਸਾਡਾ ਸਾਡਾ ਜਿਹੜਾ ਲਾਈਫ ਹੈ ਉਹ ਇਹਦੇ ਨਾਲ ਇਹਦੇ ਅਕੋਰਡਿੰਗਲੀ ਠੀਕ ਚੱਲਦੀ ਹੈ। ਪਰ ਬਾਬਾ ਨਾਨਕ ਇਹਨੂੰ ਰੱਦੀ ਕਰਦਾ, ਸਾਰੀ ਗੁਰਬਾਣੀ 'ਚ ਰੱਦੀ ਕੀਤਾ ਸਾਰਾ ਕੰਮ। ਭਵਿੱਖਬਾਣੀ ਕਰਨ ਵਾਲੇ, ਸ਼ਾਸਤਰਾਂ ਨੂੰ, ਵੇਦਾਂ ਨੂੰ ਜਾਣਨ ਵਾਲੇ ਔਰ ਬਹੁਤੀਆਂ ਬਹੁਤੀਆਂ ਗ੍ਰਾਮਰ ਦੇ ਜਾਣਕਾਰ, ਵਿਆਕਰਨ ਦੇ ਜਾਣਕਾਰ ਨਾਲ ਹੀ ਰੱਦ ਦਿੱਤੇ। ਭਵਿੱਖਬਾਣੀ ਕਰਨਾ, ਵੇਦਾਂ ਦੇ ਮੰਤਰਾਂ ਦਾ ਗਿਆਨ ਦੇਣਾ, ਜੋਤਿਸ਼ ਬਾਰੇ ਗੱਲਾਂ ਕਰਨੀਆਂ, ਪਲੱਸ ਜਿਹੜੇ ਗ੍ਰਾਮਰ ਨੂੰ ਕਹਿੰਦੇ ਆ ਵੀ ਸਾਨੂੰ ਇਹ ਗ੍ਰਾਮਰ ਦਾ ਬਹੁਤ ਪਤਾ ਹੈ, ਸਾਨੂੰ ਇਹ ਵਿਆਕਰਨ ਦਾ ਬਹੁਤ ਪਤਾ ਹੈ, ਕਹਿੰਦੇ ਤੰਤ ਮੰਤਰ ਸਭ ਔਖਦ ਜਾਣੈ। ਇੱਥੇ ਬਸ ਨਹੀਂ, ਤੰਤਰਿਕ ਵਿਦਿਆ ਤੇ ਹੋਰ ਦਵਾਈਆਂ ਦੇ ਬਾਰੇ ਜਾਣਨ ਵਾਲੇ ਕਹਿੰਦੇ ਜੀ ਆਹ ਨੁਸਖਾ ਏਦਾਂ ਕਰੋ ਜੀ, ਆਹ ਤੁਸੀਂ ਇਹ ਅਦਰਕ ਉਬਾਲ ਲਓ, ਹਲਦੀ ਪਾ ਲਓ ਵਿੱਚ, ਹੋਰ ਲਟਰਮ ਪਟਰਮ, ਲਸਣ ਖਾਓ ਸਵੇਰੇ ਉੱਠ ਕੇ, ਸਭ ਔਖਦ ਜਾਣੈ। ਕਹਿੰਦੇ ਇਹ ਕੋਈ ਕੋਈ ਇੰਪੋਰਟੈਂਸ ਨਹੀਂ ਹੈ, ਇਹ ਇੰਪੋਰਟੈਂਟ ਨਹੀਂ ਹੈ ਚੀਜ਼ਾਂ। ਮੈਂ ਦੱਸਦਾ ਕਿਉਂ। ਤਾਂਤਰਿਕ ਵਿਦਿਆ ਔਰ ਸਾਰੀਆਂ ਦਵਾਈਆਂ ਸਭ ਔਖਦ ਜਾਣੈ। ਹਰ ਬਿਮਾਰੀ ਦਾ ਇਲਾਜ ਜਿਹਨੇ ਕੋਲ ਆ, ਰਾਮਦੇਵ ਵਰਗੇ ਤੁਰੇ ਫਿਰਦੇ ਨੇ ਲੋਕ, ਇਹਨੂੰ ਸਵਾਮੀ ਕਹਿੰਦੇ ਆ। ਇਹ ਇੱਕ ਆਮ ਬੰਦਾ ਹੈ ਜਿਹੜਾ ਆਮ ਲੋਕਾਂ ਨੂੰ ਲੁੱਟ ਰਿਹਾ ਹਿੰਦੁਸਤਾਨ ਦੇ ਵਿੱਚ। ਕੋਈ ਗੱਲ ਕਹਿਣੋਂ ਮੈਂ ਗੁਰੇਜ਼ ਨਹੀਂ ਕਰਦਾ, ਔਰ ਉਹਦਾ ਨਜ਼ਰ ਆ ਰਿਹਾ, ਸਾਰਾ ਆਮ ਬੰਦਾ ਉਹਨੂੰ ਦੇਖ ਸਕਦਾ ਵੀ ਕਿਸ ਤਰ੍ਹਾਂ ਉਹ ਲੁੱਟ ਰਿਹਾ। ਜਿੰਨੇ ਜਿੰਨੇ ਘਿਓ ਦੀ ਪ੍ਰੋਡਕਸ਼ਨ ਉਹ ਕਰ ਰਿਹਾ ਹੈ, ਹਿੰਦੁਸਤਾਨ ਦੀਆਂ ਸਾਰੀਆਂ ਗਾਵਾਂ ਰਲ ਕੇ ਉਹਨਾਂ ਦੁੱਧ ਹੀ ਨਹੀਂ ਦੇ ਸਕਦੀਆਂ। ਉਹਨਾਂ ਦੁੱਧ ਹੀ ਹੈ ਨਹੀਂ ਹਿੰਦੁਸਤਾਨ ਦੇ ਵਿੱਚ, ਜਿੰਨੇ ਘਿਓ ਦੀ ਉਹ ਪ੍ਰੋਡਕਸ਼ਨ ਦਾ ਦਾਅਵਾ ਕਰੀ ਜਾਂਦਾ। ਕਿਉਂ ਨਾ ਫਿਰ ਇਹਨਾਂ ਦਾ ਨਾਂ ਲੈ ਕੇ ਕਹੀਏ, ਜਿਨ੍ਹਾਂ ਦੇ ਬਾਰੇ ਸਾਨੂੰ ਵੀ ਪਤਾ ਲੱਗ ਗਿਆ ਇੰਨੇ ਸਾਲਾਂ 'ਚ। ਖੈਰ ਚਲੋ, ਇਹ ਸਾਡਾ ਵਿਸ਼ਾ ਨਹੀਂ। ਤੰਤ ਮੰਤਰ ਸਭ ਔਖਦ ਜਾਣੈ, ਕਹਿੰਦੇ ਤਾਂਤਰਿਕ ਵਿਦਿਆ, ਹੋਰ ਕਹਿੰਦੇ ਔਸ਼ਧੀਆਂ, ਔਖਦ ਹੁੰਦਾ ਔਸ਼ਧੀ, ਹਰ ਤਰ੍ਹਾਂ ਦੀ ਔਸ਼ਧੀ ਦੇ ਬਾਰੇ ਜਾਣਦਾ, ਪਰ ਅੰਤ ਤੋਂ ਮਰਨਾ। ਪਰ ਅਖੀਰ ਤੇ ਜੰਮ ਦੇ ਨਾਲ ਉਹਦਾ ਵਾਹ ਪੈ ਹੀ ਜਾਣਾ। ਜਿੰਨੀਆਂ ਮਰਜ਼ੀ ਉਹ ਭਵਿੱਖਬਾਣੀਆਂ ਕਰਨ ਦੀ ਸ਼ਕਤੀ ਰੱਖਦਾ ਹੋਵੇ, ਜਿੰਨੇ ਮਰਜ਼ੀ ਉਹ ਵੇਦਾਂ ਦੇ ਮੰਤਰਾਂ ਦਾ ਗਿਆਨੀ ਹੋਵੇ, ਜਿੰਨਾ ਮਰਜ਼ੀ ਵੱਡਾ ਉਹ ਜੋਤਸ਼ੀ ਹੋਵੇ, ਕੋਈ ਵੀ ਜੋਤਸ਼ੀ ਆਪਣੀ ਮੌਤ ਦਾ ਸਮਾਂ ਨਹੀਂ ਦੱਸ ਸਕਦਾ। ਕੋਈ ਵੀ ਜੋਤਸ਼ੀ ਕਿਸੇ ਨੇ ਦੱਸਿਆ ਅੱਜ ਤੱਕ ਵੀ ਕੱਲ ਨੂੰ ਮੀਂਹ ਪੈਣਾ, ਜਾਂ ਪਰਲੋ ਆਉਣ ਵਾਲੀ ਹੈ, ਜਾਂ ਭੁਚਾਲ ਆਉਣ ਵਾਲਾ, ਦੱਸਦੇ ਆ ਕਦੇ? ਔਰ ਹੋਰ ਜਿਹੜੇ ਦਾਅਵਾ ਕਰਦੇ ਵੀ ਆਹ ਵਿਆਕਰਨ ਹੈ, ਇੱਕ ਇੱਕ ਵਿਆਕਰਨ ਦਾ ਕਦੇ ਪੜ੍ਹ ਕੇ ਦੇਖੋ। ਲੈਂਗੁਏਜ ਵਾਸਤੇ ਜ਼ਰੂਰੀ ਹੈ, ਮੈਂ ਬਿਲਕੁਲ ਉਸ ਚੀਜ਼ ਤੇ ਮੈਂ ਸਹਿਮਤ ਹਾਂ। ਲੈਂਗੁਏਜ ਸਿੱਖਣ ਵਾਸਤੇ ਵਿਆਕਰਨ, ਗ੍ਰਾਮਰ ਬਹੁਤ ਜ਼ਰੂਰੀ ਹੈ। ਲੇਕਿਨ ਜੇ ਕੋਈ ਇਹਦਾ ਗਿਆਤਾ ਹੈ ਵੀ, ਉਹ ਮੁਕਤ ਨਹੀਂ ਹੈ। ਜੇ ਉਹ ਰਾਸਤੇ ਤੇ ਚੱਲ ਵੀ ਰਿਹਾ, ਵਿਆਕਰਨ ਦੇ ਨਾਲ ਗੁਰਬਾਣੀ ਐਕਸਪਲੇਨ ਕਰ ਵੀ ਰਿਹਾ, ਉਹ ਵਿਆਕਰਨ ਦਾ ਰੂਲ, ਇੱਕ ਇੱਕ ਰੂਲ ਜਿਹੜਾ ਕਈ ਕਈ ਤਰੀਕਿਆਂ ਦੇ ਨਾਲ ਯੂਜ਼ ਹੋ ਰਿਹਾ, ਇੱਕ ਇੱਕ ਗੁਰਬਾਣੀ ਦੀ ਲਾਈਨ ਦੇ ਉੱਤੇ ਕਦੇ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਸ਼ਿਓਰਟੀ ਥੋੜੀ ਹੈ। ਸੋ ਇਹ ਜਿੰਨੇ ਮਰਜ਼ੀ ਕੰਮ ਕਰ ਲਓ, ਜਿੰਨਾ ਮਰਜ਼ੀ ਗਿਆਨ ਇਕੱਠਾ ਕਰ ਲਓ, ਵਿਆਕਰਨ ਦਾ, ਗ੍ਰਾਮਰ ਦਾ, ਅੰਤ ਤੋਂ ਮਰਨਾ, ਜੰਮ ਦੇ ਨਾਲ ਵਾਹ ਪੈਣਾ ਹੀ ਪੈਣਾ। ਇਹ ਮੁਕਤੀ ਦਾ ਮਾਰਗ ਨਹੀਂ ਹੈ। ਭਗਤ ਕਬੀਰ ਜੀ ਕੀ ਕਹਿੰਦੇ ਮੁੜ ਕੇ ਰਹਾਉ ਦੇ ਵਿੱਚ, ਕਹਿੰਦੇ ਤਾਂ ਤੇ ਸੇਵੀਲੇ ਰਾਮ ਨਾ। ਉਹ ਕਹਿੰਦੇ ਜੇ ਕੰਮ ਕਰਕੇ ਜੰਮ ਨਾਲ ਵਾਹ ਪੈਣਾ, ਮੌਤ ਨਾਲ, ਜਨਮ ਮਰਨ ਦੇ ਗੇੜ ਤੋਂ ਛੁੱਟਣਾ ਨਹੀਂ ਮੈਂ, ਫਿਰ ਕਿਉਂ ਨਾ ਰਾਮ ਨਾਮ ਦੀ ਸੇਵਾ ਕੀਤੀ ਜਾਏ, ਸ਼ਬਦ ਦਾ ਅਭਿਆਸ ਕੀਤਾ ਜਾਏ ਜੀਵ ਦੇ ਨਾਲ। ਇਸੇ ਕੰਮ ਕਰਕੇ ਜੰਮ ਸਾਡਾ ਕੁਝ ਵਿਗਾੜ ਨਹੀਂ ਸਕਦਾ। ਇੱਕੋ ਇੱਕ ਕੰਮ ਆ, ਹਲੇ ਤੱਕ ਇਹ ਸ਼ਬਦ ਦੇ ਵਿੱਚ ਇੱਕੋ ਇੱਕ ਕੰਮ ਸਾਨੂੰ ਨਜ਼ਰ ਆ ਰਿਹਾ ਕਿ ਅਸੀਂ ਰਸਨਾ ਦੇ ਨਾਲ ਸ਼ਬਦ ਦਾ ਅਭਿਆਸ ਕਰਨਾ ਹੈ। ਰਾਜ ਭੋਗ ਅਰ ਛਤਰ ਸਿੰਘਾਸਨ, ਬਹੁਤ ਸੁੰਦਰ ਰਮਨਾ। ਕਈ ਐਸੇ ਨੇ ਜੋ ਰਾਜ ਦੀਆਂ ਮੌਜਾਂ ਮਾਣਦੇ ਆ, ਰਾਜ ਭੋਗਦੇ ਆ, ਮਾਇਆ ਦਾ ਕੋਈ ਅੰਤ ਨਹੀਂ ਉਹਨਾਂ ਦੇ ਕੋਲ, ਪੈਸੇ ਦਾ ਕੋਈ ਅੰਤ ਨਹੀਂ,
हर तरह की सहूलत वो दुनिया की, हर तरह का ऐशो आराम वो दुनिया का हासिल कर रहे हैं। और छत्र संघासन और तखत ते बैठे है, जिन्हां दे सिर दे उत्ते छत्र झुल रहा है। महलों दे विच रह रहे है और उन्हां दे जीवन नूं रमणीक बनाउण वास्ते कई सुंदर इस्त्रियां उन्हां दी सेवा दे विच ने। फिर पान कपूर सुवासक चंदन अंत तो मरना। वो लोग जिहड़े ने पान खाण वाले, कपूर दियां सुंदर सुगंधियां उन्हां दे कोल ने, चंदन जिहड़ा महंगा है ਉਹਦੀ ਸੁਗੰਧੀ ਉਹਨਾਂ ਦੇ ਕੋਲ ਹੈ। ਪਰ ਜਨਮ ਮਰਨ ਦੇ ਗੇੜ ਚੋਂ ਉਹ ਨਹੀਂ ਛੁੱਟ ਸਕਦੇ ਇਹਨਾਂ ਚੀਜ਼ਾਂ ਦੇ ਨਾਲ। ਮੌਤ ਦਾ, ਜਨਮ ਮਰਨ ਦਾ ਜਿਹੜਾ ਡਰ ਹੈ ਉਹ ਉਹਨਾਂ ਦੇ ਸਿਰ ਦੇ ਉੱਤੇ ਹਮੇਸ਼ਾ ਖੜਾ ਹੈ। ਰਾਜ ਭੋਗ ਔਰ ਛਤਰ ਸਿੰਘਾਸਨ ਬਹੁਤ ਸੁੰਦਰ ਏ ਰਮਨਾ, ਪਾਨ ਕਬੂਰ ਸੁਵਾਸਕ ਚੰਦਨ ਅੰਤ ਤੋਂ ਮਰਨਾ। ਇਸ ਕਰਕੇ ਇੰਪੋਰਟੈਂਸ ਕਬੀਰ ਸਾਹਿਬ ਕਿਹਨੂੰ ਦੇ ਰਹੇ ਹੈ? ਤਾਂ ਤੇ ਸੇਵੀਏ ਰਾਮ ਨਾ। ਉਹ ਕਿਉਂ ਨਹੀਂ ਕਹਿੰਦੇ ਤੂੰ ਰਾਮ ਨਾਮ ਦੀ ਸੇਵਾ ਕਰਦਾ, ਕਿਉਂ ਨਹੀਂ ਸ਼ਬਦ ਦਾ ਅਭਿਆਸ ਕਰਦਾ? ਜੀਭ ਦੇ ਨਾਲ ਸ਼ਬਦ ਦਾ ਅਭਿਆਸ ਕਰ, ਜਮ ਤੇਰਾ ਕੁਛ ਵਿਗਾੜ ਨਹੀਂ ਸਕੇਗਾ। ਅੱਗੇ ਆ ਜਾਓ, ਨੰਬਰ 4, ਵੇਦ ਪੁਰਾਣ ਸਿਮਰਤ ਸਭ ਖੋਜੇ। ਇੱਕ ਇੱਕ ਵੇਦ ਨੂੰ ਖੋਜਣ ਵਾਸਤੇ ਫਿਰ ਕਈ ਕਈ ਪੜ੍ਹਾਈਆਂ, ਵੇਸਟੇਜ ਆਫ ਟਾਈਮ, ਅਕੋਰਡਿੰਗ ਟੂ ਬਾਬਾ ਨਾਨਕ। ਪੁਰਾਣ ਲੈਂਗੁਏਜ ਸਿੱਖਣੀ ਪਊਗੀ, ਲੈਂਗੁਏਜ ਦਾ ਗਿਆਨ ਲੈਣਾ ਪਊਗਾ, ਵਿਆਕਰਣ ਸਿੱਖਣਾ ਪਊਗਾ ਵੀ ਮੈਨੂੰ ਬੜਾ ਗਿਆਨ ਹੈ। ਵੇਦ ਪੁਰਾਣ ਸਿਮਰਤੀਆਂ ਕਹਿੰਦੇ ਸਾਰੇ ਖੋਜ ਖੋਜ ਵੇਖ ਲਏ, ਪਰ ਅਕਾਲ ਪੁਰਖ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਵੀ ਜਨਮ ਮਰਨ ਦੇ ਗੇੜ ਚੋਂ ਬਚਾ ਨਹੀਂ ਹੋ ਸਕਦਾ। ਵੇਦ ਪੁਰਾਣ ਸਿਮਰਤ ਸਭ ਖੋਜੇ, ਦੇਖ ਲਿਆ ਕਰ ਕਰਕੇ ਕਹੂੰ ਨਾ ਉਬਰਨਾ। ਕੋਈ ਬਚਾ ਨਹੀਂ ਹੋਏਗਾ ਜਨਮ ਮਰਨ ਦਾ। ਫੇਰ ਕਹਿੰਦੇ ਵੀ ਕਲੋਜ਼ਿੰਗ ਲਾਈਨ ਅਖੀਰ ਤੇ ਰਿਜ਼ਲਟ ਕੱਢਦੇ, ਕਹਿੰਦੇ ਕਹੋ ਕਬੀਰ, ਕਹੋ ਕਬੀਰ ਲਾਈਫ ਨੂੰ, ਜ਼ਿੰਦਗੀ ਨੂੰ ਸੌਖਾ ਕਰਦੇ ਆ, ਰੱਬ ਕੋਲ ਜਾਣ ਦਾ ਰਸਤਾ ਸੌਖਾ ਕਰਦੇ ਆ। ਕਬੀਰ ਕਹਿੰਦੇ ਮੈਂ ਕੀ ਕਰ ਰਿਹਾ? ਮੈਂ ਉਸ ਸ਼ਬਦ ਨੂੰ ਕਹਿ ਰਿਹਾ, ਤਾਂ ਕਰਕੇ ਕੱਕਾ ਹਾਹਾ ਹਾਹੇ ਨੂੰ ਔਂਕੜ ਹੈ ਕਿ ਕਹੋ। ਇਹ ਦੋ ਚਾਰ ਥੰਬ ਰੂਲ ਨੇ ਗੁਰਬਾਣੀ ਦੇ, ਇਹਨਾਂ ਨੂੰ ਸਿੱਖਣ ਦੀ ਲੋੜ ਹੈ, ਇਹਨਾਂ ਨੂੰ ਸਮਝਣ ਦੀ ਲੋੜ ਹੈ। ਉਹ ਵੀ ਸ਼ਬਦ ਅਭਿਆਸ ਕਰੋਗੇ ਤੇ ਆਪੇ ਪਤਾ ਲੱਗ ਜਾਣਾ। ਕਹੋ ਕਬੀਰ, ਕਬੀਰ ਸਾਹਿਬ ਕਹਿੰਦੇ ਮੈਂ ਕੀ ਕਰ ਰਿਹਾ? ਮੈਂ ਉਸ ਨਾਮ ਨੂੰ ਕਹਿ ਰਿਹਾ। ਇਉਂ ਰਾਮਹਿ ਜੰਪੋ, ਕਹਿ ਕਹਿ ਕੇ ਮੈਂ ਉਸ ਸ਼ਬਦ ਦਾ ਅਭਿਆਸ ਕਰ ਰਿਹਾ। ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਬਰਨਾ। ਉਬਰਨਾ ਦਾ ਜਿਹੜਾ ਆਪਾਂ ਸ਼ਬਦ ਦਾ ਅਰਥ ਦੱਸਦੇ ਚੱਲੀਏ, ਉਬਰਨਾ ਵੈਸੇ ਜਦੋਂ ਡਿਕਸ਼ਨਰੀ ਮੀਨਿੰਗ ਇਹਦਾ ਦੇਖੋਗੇ, ਉਬਰਨਾ ਮਤਲਬ ਬਚਾਓ, ਬਚਣਾ। ਸੋ ਇੱਥੇ ਜਿਹੜਾ ਵਿਸ਼ਾ ਚੱਲ ਰਿਹਾ ਉਹ ਹੈ ਜਨਮ ਮਰਨ ਦੇ ਗੇੜ ਚੋਂ ਬਚਣਾ। ਪਰ ਉਬਰਨੇ ਦਾ ਅਰਥ ਆਪਾਂ ਜੋ ਇੱਥੇ ਕੱਢਣਾ, ਮਾਇਆ ਤੋਂ ਬਚਣਾ। ਵੇਦ ਪੁਰਾਣ ਸਿਮਰਤ ਸਭ ਖੋਜੇ, ਇਹ ਸਭ ਮਾਇਆ ਦਾ ਪਾਰਟ ਹੈ। ਕਹੂ ਨਾ ਉਬਰਨਾ, ਇਹਦੇ ਨਾਲ ਬਚਾ ਨਹੀਂ ਹੋਣਾ, ਜਨਮ ਮਰਨ ਤੋਂ ਮੁਕਤੀ ਨਹੀਂ ਹੋਣੀ, ਮਾਇਆ ਤੋਂ ਬਚਾ ਨਹੀਂ ਹੋਣਾ, ਪੰਜਾਂ ਤੋਂ ਛੁਟਕਾਰਾ ਨਹੀਂ ਹੋਣਾ। ਕਬੀਰ ਸਾਹਿਬ ਕਹਿੰਦੇ ਹੁਣ ਮੈਂ ਕੀ ਕਰਦਾ? ਕਹੋ ਕਬੀਰ ਆਪਣੇ ਆਪ ਨੂੰ ਵੀ ਕਹਿ ਰਿਹਾ ਕਿ ਤੂੰ ਵੀ ਉਸ
ਸ਼ਬਦ ਦੇ ਅਭਿਆਸ ਨੂੰ ਕਹਿ ਰਸਨਾ ਦੇ ਨਾਲ, ਇਉਂ ਰਾਮੇ ਜੰਪੋ। ਇਸ ਤਰ੍ਹਾਂ ਉਸ ਨਾਮ ਦਾ ਅਭਿਆਸ ਕਰ ਕਰਕੇ ਮੇਟ ਜਨਮ ਮਰਨਾ। ਮੈਂ ਜਨਮ ਮਰਨ ਦੇ ਗੇੜ ਚੋਂ ਮੁਕਤ ਹੋ ਜਾਣਾ। ਹੁਣ ਇਹ ਸ਼ਬਦ ਇੱਥੇ ਖਤਮ ਹੋ ਗਿਆ, ਇਹਨੂੰ ਪੱਕਾ ਕਰ ਲਓ। ਤਾਂ ਤੇ ਸੇਵਿਲੀਏ ਰਾਮ ਨਾ, ਇਸ ਕਰਕੇ ਰਾਮ ਨਾਮ ਦਾ ਸ਼ਬਦ ਦਾ ਅਭਿਆਸ ਕਰਨਾ ਹੈ, ਕਿਉਂਕਿ ਪੰਜਾਂ ਤੋਂ ਛੁਟਕਾਰਾ, ਮਾਇਆ ਤੋਂ ਛੁਟਕਾਰਾ, ਜਨਮ ਮਰਨ ਤੋਂ ਛੁਟਕਾਰਾ ਹੋਰ ਕਿਸੇ ਤਰੀਕੇ ਹੋ ਹੀ ਨਹੀਂ ਸਕਦਾ। ਜਮ ਨਾਲ ਵਾਹ ਪੈਣਾ ਹੀ ਪੈਣਾ ਜੇ ਸ਼ਬਦ ਦਾ ਅਭਿਆਸ ਨਹੀਂ ਹੈ। ਹੋਰ ਕਿੱਦਾਂ ਇਹਨੂੰ ਖੋਲਿਆ ਜਾਏ? ਮੇਰੀ ਇੰਨੀ ਐਬਿਲਿਟੀ ਹੈ, ਮੈਂ ਕੋਸ਼ਿਸ਼ ਕਰਕੇ ਇਹ ਸ਼ਬਦ ਦਾ ਰਿਜ਼ਲਟ ਵਿਚਾਰ ਦੇ ਨਾਲ ਕੱਢਿਆ। ਆਪ ਜੀ ਵੀ ਕੋਸ਼ਿਸ਼ ਕਰ ਸਕਦੇ ਹੋ। ਹੁਣ ਇਹ ਨੰਬਰ 1, ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ, ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤੋਂ ਮਰਨਾ। ਇਹ ਕੰਮ ਸਾਰੇ ਰਿਜੈਕਟ ਕਬੀਰ ਸਾਹਿਬ ਨੇ ਕਰਤੇ। ਆਗਮ ਨਿਰਗਮ ਜੋਤਕ ਜਾਣੈ ਬਹੁ ਬਹੁ ਵਿਆਕਰਨਾ, ਵਿਦਵਾਨੀ ਲੋਕਾਂ ਦੀ, ਜਿਹੜੇ ਬੁੱਧੀਜੀਵੀ ਲੋਕਾਂ ਦੀ ਗੱਲ ਹੈ। ਕਹਿੰਦੇ ਇੰਨਾ ਗਿਆਨ ਉਹਨਾਂ ਨੂੰ, ਇੰਨਾ ਵਿਆਕਰਣ, ਇੰਨੇ ਵੱਖਰੀਆਂ ਵੱਖਰੀਆਂ ਲੈਂਗੁਏਜਸ, ਇੰਨੇ ਸ਼ਾਸਤਰਾਂ ਦਾ ਉਹਨਾਂ ਨੂੰ ਗਿਆਨ। ਫਿਰ ਕਹਿੰਦੇ ਇੱਥੇ ਬਸ ਨਹੀਂ, ਤੰਤਰ ਮੰਤਰ, ਤਾਂਤਰਿਕ ਵਿਦਿਆ ਉਹਨਾਂ ਦੇ ਕੋਲ ਹੈ। ਸਭ ਔਖਦ ਜਾਣੈ, ਦੁਨੀਆ ਭਰ ਦੀਆਂ ਦਵਾਈਆਂ ਦੇ ਉਹ, ਔਸ਼ਧੀਆਂ ਦੇ ਉਹ ਜਾਣੂ ਨੇ। ਪਰ ਕਹਿੰਦੇ ਅੰਤ ਤੋਂ ਮਰਨਾ, ਮਾਇਆ ਦੇ ਵਿੱਚ ਨੇ, ਜਨਮ ਮਰਨ ਤੋਂ ਮੁਕਤੀ ਨਹੀਂ ਹੈ, ਜਮ ਨਾਲ ਵਾਹ ਪੈਣਾ ਹੀ ਪੈਣਾ ਉਹਨਾਂ ਦਾ। ਇਹ ਸਾਰਾ ਦੂਜਾ ਨੰਬਰ ਵੀ ਉੱਥੇ ਜਿਹੜਾ ਗਿਆਨ 2 ਨੰਬਰ ਦੇ ਵਿੱਚ ਆ ਰਿਹਾ, ਇਹ ਵੀ ਰਿਜੈਕਟ ਕਰਤਾ ਉਹਨਾਂ ਨੇ। ਹੁਣ ਰਾਜ ਭੋਗ ਅਰ ਛਤਰ ਸਿੰਘਾਸਨ ਬਹੁਤ ਸੁੰਦਰ ਰਮਨਾ, ਪਾਨ ਕਬੂਰ ਸੁਬਾਸਕ ਚੰਦਨ ਅੰਤ ਤੋਂ ਮਰਨਾ। ਛਤਰ ਸਿੰਘਾਸਨ, ਰਾਜ, ਸੁੰਦਰ ਨਾਰੀਆਂ, ਸਹੂਲਤਾਂ ਸਭ ਰੱਦੀ ਕਰਤਾ। ਖਾਣਾ ਪੀਣਾ ਸਿਰੇ ਦਾ ਮਹਿੰਗਾ, ਚੰਦਨ ਵਰਗੀਆਂ ਮਹਿੰਗੀਆਂ ਸੁਗੰਧੀਆਂ ਲਾਉਣੀਆਂ ਸਭ ਰੱਦੀ ਹੋ ਗਿਆ। ਇਸ ਚੀਜ਼ ਨੂੰ ਅਸੀਂ ਇਹਦਾ ਕੀ ਕਰਨਾ? ਪਾਠ ਕਰੀ ਜਾਈਏ? ਇਹ ਤਾਂ ਰਿਜੈਕਟ ਕਰਤਾ, ਲਾਈਨਾਂ ਰਿਜੈਕਟ, ਹਰ ਚੀਜ਼ ਖਤਮ ਕਰੀ ਜਾ ਰਹੇ, ਰੱਦੀ ਕਰੀ ਜਾ ਰਹੇ। ਅੰਤ ਤੇ ਕਲੋਜ਼ਿੰਗ ਲਾਈਨ ਕਹਿੰਦੇ ਵੇਦ ਪੁਰਾਣ ਸਿਮਰਤ ਸਭ ਖੋਜੇ। ਕਹਿੰਦੇ ਮੈਂ ਵੀ ਇਹ ਕੰਮ ਕਰ ਲਿਆ ਸਾਰਾ। ਇਹ ਕੀਤਾ ਨਹੀਂ ਉਹਨਾਂ ਨੇ, ਇਹ ਉਹਨਾਂ ਨੂੰ ਆ ਗਿਆ ਸਾਰਾ, ਉਹਨਾਂ ਨੂੰ ਗਿਆਨ ਆ ਗਿਆ ਇਹ ਸਾਰਾ, ਕਿਉਂਕਿ ਸ਼ਬਦ ਦਾ ਅਭਿਆਸ ਕਰ ਰਹੇ ਨੇ। ਲਾਈਫ ਕਿਤੇ ਕਿੰਨੀ ਕੁ ਹੈ, ਕਿੰਨਾ ਕਿੰਨਾ ਕੰਮ, ਕਿੰਨਾ ਕਿੰਨੀਆਂ ਕਿਤਾਬਾਂ ਪੜ੍ਹ ਲੋਗੇ, ਕਿੰਨਾ ਕਿੰਨਾ ਗਿਆਨ, ਕਿੰਨੀ ਕਿੰਨੀ ਗ੍ਰਾਮਰ ਪੜ੍ਹ ਲੋਗੇ। ਉਹ ਕਰ ਲੋ ਸਾਰਾ ਕੰਮ ਭਾਈ, ਅਸੀਂ ਨਹੀਂ ਕਹਿੰਦੇ ਨਾ ਕਰੋ, ਬਟ ਨਾਟ ਐਟ ਦਾ ਕਾਸਟ ਆਫ ਸ਼ਬਦ ਦਾ ਅਭਿਆਸ ਦਾ ਟਾਈਮ। ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਭਰਨਾ, ਮਾਇਆ ਤੋਂ ਬਚਾ ਨਹੀਂ ਹੋਣਾ। ਜਿੰਨਾ ਮਰਜੀ ਗਿਆਨ ਇਕੱਠਾ ਕਰ ਲਓ, ਜਿੰਨੀਆਂ ਮਰਜੀ ਬੋਲੀਆਂ ਸਿੱਖ ਲਓ, ਜਿੰਨਾ ਮਰਜੀ ਵਿਆਕਰਣ ਸਿੱਖ ਲਓ, ਰਸਨਾ ਦੇ ਨਾਲ ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਹੁੰਦਾ, ਜਨਮ ਮਰਨ ਦੇ ਗੇੜ ਚੋਂ ਛੁਟਕਾਰਾ ਨਹੀਂ ਹੈ। ਕਹੋ ਕਬੀਰ ਇਉਂ ਰਾਮੇ ਜੰਪੋ, ਮੇਟ ਜਨਮ ਮਰਨਾ। ਕਹਿੰਦੇ ਆ ਜਿਹੜੇ ਕੰਮ ਉੱਤੇ ਦੱਸ ਰਹੇ ਆ, ਜਿਹੜੇ ਗੱਲਾਂ ਕਰ ਰਹੇ ਆ, ਇਹਨਾਂ ਨੂੰ ਛੱਡੋ। ਸਿਰਫ ਤੁਸੀਂ ਸ਼ਬਦ ਦਾ ਅਭਿਆਸ ਕਰੋ। ਤਾਂ ਤੇ ਸੇਵੀਅਲੇ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾ ਕੈ, ਕਹਾਂ ਕਰੇ ਜਮਨਾ। ਜਮ ਤੋਂ ਬਚਣਾ ਹੈ, ਮਾਇਆ ਤੋਂ ਬਚਣਾ ਹੈ, ਮੁਕਤੀ ਹਾਸਲ ਕਰਨੀ ਹੈ, ਤੇ ਜੀਵ ਦੇ ਨਾਲ, ਰਸਨਾ ਦੇ ਨਾਲ ਸ਼ਬਦ ਦਾ ਅਭਿਆਸ ਕਰਨਾ ਪਊ। ਇਸ ਤੋਂ ਸਿਵਾਏ ਛੁਟਕਾਰਾ ਨਹੀਂ। ਹਾਂ, ਇਹ ਸ਼ਬਦ ਲੈਂਦੇ ਆ, ਇਹ ਜਦੋਂ ਕਰਦੇ ਨਾ ਵਿਆਖਿਆ, ਜਿਹੜੇ ਕੋਈ ਦੱਸਣ ਵਾਲੇ, ਕਹਿੰਦੇ ਜੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਾਂ ਪੰਚਰਾਸੀ ਤਾਂ ਤੀਰਥ ਵਾਸੀ, ਘੁੰਗਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾਂ ਕਰੇ ਮੋਸਿਓ ਆਗੈ। ਇਹ ਸ਼ਬਦ ਦੀ ਰਹਾਉ ਦੀ ਤੁਕ ਹੈ, ਔਰ ਸ਼ਬਦ ਹੈ ਮਹੱਲੇ ਪਹਿਲੇ ਦਾ, ਆਸਾ ਮਹੱਲਾ ਪਹਿਲਾ ਚੌਪ ਦੇ।
ਘੁੰਗਰੂ ਵਾਜੈ ਜੇ ਮਨ ਲੱਗੈ। ਇਹ ਉਸ ਅਨਹਦ ਧੁਨੀ ਦੀ ਗੱਲ ਹੋ ਰਹੀ ਹੈ, ਘੁੰਗਰੂ ਦੀ ਗੱਲ ਨਹੀਂ ਹੋ ਰਹੀ। ਇਹ ਸ਼ਬਦ ਦੀ ਧੁਨੀ ਦੀ ਗੱਲ ਹੋ ਰਹੀ ਹੈ। ਜੇ ਮਨ ਲੱਗ ਗਿਆ, ਜੇ ਧਿਆਨ ਲੱਗ ਗਿਆ, ਉਦੋਂ ਤੋਂ ਹੀ ਅਨਹਦ ਸ਼ਬਦ ਵੱਜਣਾ ਸਫਲ ਹੈ, ਆਰੰਭ ਹੈ। ਮਨ ਨੂੰ ਪਹਿਲਾਂ ਟਿਕਾ 'ਚ ਲੈ ਕੇ ਆਉਣਾ ਪਊ, ਵਿਚਾਰ ਮਾਰ ਕੇ, ਧਿਆਨ ਲਾ ਕੇ। ਫਿਰ ਕਹਿੰਦੇ ਤਉ ਜਮ ਕਰ ਹੈ, ਤਉ ਜਮ ਕਹਾਂ ਕਰੇ, ਮੋਸਿਓ ਅੱਗ ਹੈ। ਫਿਰ ਅੱਗੇ ਜਮ ਵੀ ਮੇਰਾ ਕੁਛ ਨਹੀਂ ਵਿਗਾੜ ਸਕਦਾ। ਇਹ ਮਹੱਲੇ ਪਹਿਲੇ ਦੀ ਬਾਣੀ ਹੈ। ਮੈਂ ਰਹਾਉ ਦੀ ਤੋਕੀ ਵਿਚਾਰਨੀ ਹੈ, ਕਿਉਂਕਿ ਆਪਾਂ ਇੱਕ ਹੋਰ ਸ਼ਬਦ ਲੈਣਾ। ਸੋ ਇਹ ਜਿਹੜੀਆਂ ਰਿਜੈਕਟਡ ਗੱਲਾਂ ਨੇ, ਇਹਨਾਂ ਨੂੰ ਥੋੜਾ ਆਪਾਂ ਪੜ੍ਹੀ ਜਾਣਾ, ਇਹਨਾਂ ਨੂੰ ਥੋੜਾ ਆਪਾਂ ਵਿਚਾਰੀ ਜਾਣਾ। ਇਸ ਸ਼ਬਦ ਦੇ ਵਿੱਚ ਜਿਹੜੀ ਵਿਚਾਰ ਵਾਲੀ ਗੱਲ ਹੈ ਉਹ ਹੈ, ਤਾਂ ਤੇ ਸੇਵੀਏ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾਕੈ, ਕਹਾਂ ਕਰੈ ਜਮ ਨਾ। ਸੋ ਆਹ ਦੇਖੋ, ਵਿਆਕਰਨ ਰਿਜੈਕਟਡ ਹੈ, ਰਿਜੈਕਟਡ ਚੀਜ਼ਾਂ ਦੇ ਨਾਲ ਆਈ ਹੈ। ਆਗਮ ਨਿਰਗਮ ਜੋਤਕ ਜਾਣੈ ਬਹੁ ਬਹੁ ਵਿਆਕਰਨਾ, ਤੰਤ ਮੰਤ ਸਭ ਔਖਦ ਜਾਣੈ, ਅੰਤ ਤਉ ਮਰਨਾ। ਜਾਣ ਲਓ, ਪੜ੍ਹ ਲਓ, ਇਹ ਸਿੱਖ ਲਓ ਭਾਈ, ਜ਼ਰੂਰ ਸਿੱਖ ਲਓ। ਲੇਕਿਨ ਇਹ ਹੀ ਨਹੀਂ ਹੈ ਵੀ ਸਾਰੀ ਉਮਰ ਵਿਆਕਰਨ ਤੇ ਹਰ ਸਾਲ ਡਿਵੈਲਪਮੈਂਟ ਹੁੰਦੀ ਹੈ। ਉਹਦੇ 'ਚ ਲਿੰਗੁਇਸਟਿਕ ਡਿਪਾਰਟਮੈਂਟ ਹੁੰਦੇ ਯੂਨੀਵਰਸਿਟੀਆਂ 'ਚ, ਹਰ ਲੈਂਗੁਏਜ ਦੇ ਉੱਤੇ ਉਹ ਵਰਕ ਕਰ ਰਹੇ ਆ, ਔਰ ਉਹ ਡੇ ਬਾਏ ਡੇ ਡਿਵੈਲਪ ਕਰ। ਇਹਦਾ ਮਤਲਬ ਗੁਰਬਾਣੀ ਆਪਾਂ ਮੰਨਦੇ ਹਾਂ ਸਭ ਤੋਂ ਉੱਚੀ ਸੁੱਚੀ ਜਿਹੜਾ ਸਾਡਾ ਗੁਰੂ ਹੈ। ਇਹਦਾ ਮਤਲਬ ਬੰਦਿਆਂ ਦਾ ਬਣਾਇਆ ਹੋਇਆ ਵਿਆਕਰਣ ਉਸ ਤੋਂ ਵੀ ਉੱਤੇ ਹੈ। ਮੈਂ ਨਹੀਂ ਕਹਿੰਦਾ ਨਾ ਸਿੱਖੋ, ਸਿੱਖੋ ਜ਼ਰੂਰ, ਪਰ ਗੁਰਬਾਣੀ ਵਿਆਕਰਣ ਕਹਿ ਕੇ ਉਹਦੀ ਗੁਰਬਾਣੀ ਦੀ ਬੇਅਦਬੀ ਨਾ ਕਰੋ। ਕਿਉਂਕਿ ਗੁਰਬਾਣੀ ਵਿਆਕਰਣ, ਜਿੰਨਾ ਗੁਰਬਾਣੀ ਦਾ ਗਿਆਨ ਆਏਗਾ ਉਹ ਸ਼ਬਦ ਦੇ ਅਭਿਆਸ ਨਾਲ ਆਏਗਾ, ਸ਼ਬਦ ਦੇ ਅਭਿਆਸ ਨਾਲ। ਕਿਉਂ? ਸ਼ਬਦ ਦੀ ਇਹਦੀ ਕਲੋਜ਼ਿੰਗ ਲਾਈਨ ਦੇਖੋ, ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਬਰਨਾ। ਇਹ ਗਿਆਨ ਉਹਨਾਂ ਨੂੰ ਆਇਆ। ਦੁਨੀਆ ਭਰ ਦੇ ਜਿਹੜੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ, ਇਹ ਸ਼ਬਦ ਦੇ ਅਭਿਆਸ ਨਾਲ ਸਭ ਪਤਾ ਲੱਗ ਜਾਣਾ। ਬਾਬੇ ਨਾਨਕ ਨੇ ਐਵੇਂ ਨਹੀਂ ਕਿਹਾ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ। ਸੋ ਜਿਹੜਾ ਕਰਨ ਵਾਲਾ ਕੰਮ ਹੈ, ਸਿੱਧ ਹੋ ਗਿਆ ਕਿ ਉਹ ਕੇਵਲ ਤੇ ਕੇਵਲ ਸ਼ਬਦ ਦਾ ਅਭਿਆਸ ਹੈ, ਕੇਵਲ ਤੇ ਕੇਵਲ ਸ਼ਬਦ ਦਾ ਅਭਿਆਸ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ। ਇਹ ਭਰਮ ਕੱਢ ਦਿਓ, ਇਹ ਭਰਮ ਕੱਢ ਦਿਓ ਕਿ ਨਾਮ ਤੋਂ ਬਿਨਾ ਅਸੀਂ ਜਨਮ ਮਰਨ ਦੇ ਗੇਟ ਚੋਂ ਨਿਕਲ ਜਾਵਾਂਗੇ, ਸਾਡੀ ਮੁਕਤੀ ਹੋ ਜੂਗੀ, ਸਾਨੂੰ ਨਾਮ ਦੀ ਪ੍ਰਾਪਤੀ ਹੋ ਜੂਗੀ, ਸਾਡੀ ਆਹ ਅਵਸਥਾ ਹੋ ਜੂਗੀ। ਇਹ ਕੱਢ ਦਿਓ ਮਨ ਚੋਂ। ਔਰ ਇਹ ਸਾਰਾ ਕੁਛ ਸਟੇਟ ਆਫ ਮਾਈਂਡ, ਅਵਸਥਾ ਦੇ ਵਿੱਚ ਹੋਣਾ। ਤਬਦੀਲੀ ਹੋਣੀ ਹੈ ਤੁਹਾਡੀ ਸੋਚ ਦੀ, ਮਨ ਦੀ। ਇਹ ਵੀ ਕਬੀਰ ਸਾਹਿਬ ਦਾ ਸ਼ਬਦ ਹੈ, 692 ਨੰਬਰ ਪੇਜ ਤੇ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਕਾਲ ਰੂਪ ਸ਼ਿਕਾਰੀ ਇਉਂ ਫਿਰਦਾ ਜਿਵੇਂ ਸ਼ਿਕਾਰੀ ਜਿਹੜੇ ਹਿਰਨ ਦਾ ਸ਼ਿਕਾਰ ਕਰਨ ਵਾਲੇ ਫਿਰਦੇ ਆ। ਸੋ ਅਸੀਂ ਕਿੱਦਾਂ ਬਚਣਾ ਉਸ ਤੋਂ? ਸੋ ਦਿਨ ਆਵਣ ਲੱਗਾ, ਉਹ ਟਾਈਮ ਬੜਾ ਨੇੜੇ ਹੈ। ਮੌਤ ਪਿਤਾ ਭਾਈ ਸੁੱਤ ਬਨਤਾ, ਕਹੋ ਕਹੂ ਹੈ ਕਾਕਾ, ਮਾਂ ਪਿਓ ਭਰਾ ਪੁੱਤਰ ਵੋਟੀ। ਇਹਨਾਂ ਚੋਂ
ਕੋਈ ਵੀ ਉਸ ਕਾਲ ਦੇ ਅੱਗੇ ਕਿਸੇ ਦੀ ਮਦਦ ਨਹੀਂ ਕਰ ਸਕਦਾ, ਸਹਾਇਤਾ ਨਹੀਂ ਕਰ ਸਕਦਾ। ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨ ਬੁਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ। कहत कबीर सुनो रे प्राणी छोड़ो मन के भरमा, केवल नाम जपो रे प्राणी परो एक की शरणा। उस एक दे लड़ लग जो, उस एक दी शरण च आ जो। गुर गुर करत शरण जे आवे, आए मिले खिन ढील ना पईया। That's it. ਕੱਢ ਕੇ ਰੱਖਤਾ ਰਿਜ਼ਲਟ ਭਗਤ ਕਬੀਰ ਜੀ ਨੇ ਕਿ ਸ਼ਬਦ ਦੇ ਅਭਿਆਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਬਾਕੀ ਹੋਰ ਚੀਜ਼ਾਂ ਸਭ ਰੱਦੀ ਕਰ ਦਿੱਤੀਆਂ। ਹੁਣ ਆਓ ਦੂਜੇ ਸ਼ਬਦ ਦੇ ਉੱਤੇ। ਸਾਡਾ ਦੂਸਰਾ ਜਿਹੜਾ ਸ਼ਬਦ ਹੈ ਉਹ ਹੈ ਭੈਰੋ ਮਹੱਲਾ ਪਹਿਲਾ। ਜਗਨ ਹੋਮ ਪੁੰਨ ਤਪ ਪੂਜਾ। ਇਹ ਸ਼ਬਦ ਹੈ ਮਹੱਲੇ ਪਹਿਲੇ ਦਾ। ਭੈਰੋ ਮਹੱਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰਬਰ 1127। ਜਗਨ ਹੋਮ ਪੁੰਨ ਤਪ ਪੂਜਾ, ਦੇਹ ਦੁਖੀ ਨਿਤ ਦੁਖ ਸਹਿ। ਇੱਥੋਂ ਇਹ ਸ਼ਬਦ ਸ਼ੁਰੂ ਹੋ ਰਿਹਾ। ਲੇਕਿਨ ਆਓ ਆਪਾਂ ਇਹਦਾ ਪਹਿਲਾਂ ਰਹਾਓ ਦੇਖ ਲਈਏ ਵੀ ਰਹਾਓ ਇਹਦਾ ਕੀ ਕਹਿ ਰਿਹਾ। ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਪਰਮਾਤਮਾ ਦੇ ਨਾਮ ਜਪਣ ਤੋਂ ਵਾਂਝੇ ਰਹਿ ਕੇ ਬੰਦੇ ਦਾ ਜਨਮ ਲੈਣਾ ਵਿਅਰਥ ਹੈ। ਕਿਸ ਤਰ੍ਹਾਂ? ਬਿਖ ਖਾਵੇ, ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮ ਨਾ। ਰਹਾਓ। ਉਹ ਫਿਰ ਬਿਖ ਖਾਵੇ ਵਿਸ਼ਿਆਂ ਦੀ ਜ਼ਹਿਰ, ਵਿਸ਼ਿਆਂ ਤੇ ਗੱਲਾਂ। ਬਿਖ ਖਾਵੇ, ਬਿਖ ਬੋਲੀ ਬੋਲੇ, ਤੇ ਨਾਮ ਤੋਂ ਉਹ ਖਾਲੀ ਹੈ। ਨਾਮ ਤੋਂ ਖਾਲੀ ਹੈ, ਨਿਹਫਲ, ਉਹਦੇ ਜਨਮ ਮਰਨ ਦਾ ਕੋਈ ਫਾਇਦਾ ਨਹੀਂ ਹੋਇਆ। ਭ੍ਰਮਣਾ, ਤੇ ਉਹ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਭਟਕਦਾ ਰਹੂਗਾ, ਭੌਂਦਾ ਰਹੂਗਾ, ਭਰਮਦਾ ਰਹੂਗਾ। ਕਿਉਂ? ਕਿਉਂਕਿ ਉਹ ਨਾਮ ਨਹੀਂ ਜਪ ਰਿਹਾ। ਉਹ ਬਿਖ ਖਾਵੇ, ਬਿਖ ਬੋਲੀ ਬੋਲੇ। ਬਿਖ ਖਾਣਾ, ਬਿਖ ਬੋਲੀ ਬੋਲਣਾ, ਨਾਮ ਤੋਂ ਬਿਨਾ ਜਿੰਨੇ ਵੀ ਕੰਮ ਨੇ, ਉਹ ਚਾਹੇ ਵਿਸ਼ਿਆਂ ਦੇ ਬਾਰੇ ਬੋਲਣਾ। ਹੁਣ ਇੱਥੇ ਆਪਾਂ ਇਹਨੂੰ ਵਿਚਾਰਾਂਗੇ ਵੀ ਕਿਹੜੇ ਕਿਹੜੇ ਉਹ ਵਿਸ਼ੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਉਹ ਜਿਹੜੇ ਵਿਸ਼ੇ ਹੈ ਹੀ ਨਹੀਂ ਸਾਡੇ ਕੰਮ ਦੇ, ਉਹ ਸਾਡਾ ਟਾਈਮ ਵੇਸਟ ਕਰਦੇ ਆ, ਸਮਾਂ ਖਰਾਬ ਕਰਦੇ ਆ। ਉਹ ਹੈ ਜ਼ਹਿਰ ਖਾਣੀ। ਉਹਨਾਂ ਦਾ ਜ਼ਿਕਰ ਕਰ ਕਰਕੇ ਅਸੀਂ ਜ਼ਹਿਰ ਖਾਈ ਜਾ ਰਹੇ। ਤੇ ਸ਼ਬਦ ਦਾ ਅਭਿਆਸ ਨਹੀਂ ਕਰਦੇ, ਨਾਮ ਦੇ ਬਾਰੇ ਸਾਨੂੰ ਪਤਾ ਨਹੀਂ, ਸੋ ਸਾਡਾ ਜਿਹੜਾ ਜੀਵਨ ਹੈ ਉਹ ਅਜਾਈਂ ਚਲਾ ਜਾਂਦਾ, ਵਿਅਰਥ ਚਲਾ ਜਾਂਦਾ। ਜਿਸ ਆਤਮਾ ਨੂੰ ਅਸੀਂ ਪਰਮਾਤਮਾ ਦੇ ਵਿੱਚ ਲੀਨ ਕਰਨਾ ਸੀ, ਉਹ ਅਸੀਂ ਕੰਮ ਕਰ ਹੀ ਨਹੀਂ ਸਕੇ ਤੇ ਜਨਮ ਮਰਨ ਦੇ ਗੇੜ ਚੋਂ ਬਾਹਰ ਹੀ ਨਹੀਂ ਆ ਸਕਾਂਗੇ।
राम नाम बिन बिरथे जग जन्मा। ये जन्म खराब हो गया, वेस्ट हो गया। हुण आओ इस शब्द ਨੂੰ शुरू करिए। भैरो महला पहला। जगन होम पुन तप पूजा दे दुखी नित दुख सह। होम जग संध्या कर्म ਇਹ ਕੀ ਹੈ? जगन होम पुन तप पूजा ਇਹ ਹੈ ਸੂਰਜ ਦੇ ਨਿਕਲਣ ਤੇ ਛੁਪਣ ਦੇ ਵਿਚਕਾਰਲਾ ਸਮਾਂ। ਦੇਖੋ ਕਰਤੂਤ, ਬ੍ਰਾਹਮਣ ਦੀ ਕਰਤੂਤ ਦੇਖੋ ਤੁਸੀਂ। ਪਹਿਲੀ ਵੀ ਚੀਜ਼ ਜਿਹੜੀ ਹੈ ਸਾਡਾ ਬ੍ਰਹਮ ਗਿਆਨ, ਗੁਰੂਆਂ ਦਾ ਬ੍ਰਹਮ ਗਿਆਨ ਕਹਿੰਦਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠੇ ਹਰ ਨਾਮ ਤੇ ਆਵੇ। ਸੂਰਜ ਤੋਂ ਪਹਿਲਾਂ ਉੱਠਣਾ ਅਸੀਂ, ਸੂਰਜ ਉੱਗਣ ਤੋਂ ਪਹਿਲਾਂ ਉੱਠਣਾ। ਹੁਣ ਇਹਨੇ ਇੰਨੀ ਸਹੂਲਤ ਦਿੱਤੀ ਹੈ, ਇਹ ਕਹਿੰਦਾ ਵੀ ਜਦੋਂ ਸੂਰਜ ਚੜ ਜੇ ਤੇ ਸੂਰਜ ਜਦੋਂ ਛਿਪ ਜੇ ਉਹਦੇ ਵਿਚਕਾਰਲਾ ਸਮਾਂ ਦਿਨੇ ਦਿਨੇ। ਜਗਨ ਹੋਮ ਪੁੰਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹਿ। ਧਰਮ ਸ਼ਾਸਤਰਾਂ ਮੁਤਾਬਕ ਜਿਹੜੇ ਪ੍ਰਾਣਾਯਾਮ ਜਪ ਆਦ ਕਰਨ ਲਈ ਅਨੁਕੂਲ ਹੈ ਉਹ ਸਮਾਂ ਜਦੋਂ ਸੂਰਜ ਨਿਕਲਿਆ ਹੋਏ ਤੇ ਜਦੋਂ ਛੁਪਣ ਤੋਂ ਪਹਿਲਾਂ। ਜਦੋਂ ਛੁਪ ਜੇ ਉਦੋਂ ਕੁਛ ਨਹੀਂ ਕਰਨਾ, ਜਾਂ ਜਦੋਂ ਨਿਕਲਿਆ ਨਹੀਂ ਸੂਰਜ ਉਦੋਂ ਵੀ ਕੁਛ ਨਹੀਂ ਕਰਨਾ। ਦੇਖੋ ਕਿੰਨੀ ਸਹੂਲਤ ਲਈ ਹੈ। ਇਹ ਸਮਾਂ ਵਾਚਣਾ ਹੈ। ਬ੍ਰਾਹਮਣ ਨੇ ਸਮਾਂ ਰੱਖਿਆ ਵੀ ਐਵੇਂ ਕਿਤੇ ਸਵੇਰੇ ਉੱਠ ਕੇ ਹਨੇਰੇ ਚ ਐਵੇਂ ਕੰਧਾਂ ਚ ਨਾ ਵੱਜੀ ਜਾਈ, ਜਾਂ ਸ਼ਾਮ ਨੂੰ ਹਨੇਰਾ ਹੋ ਜੇ ਫੇਰ ਨਾ ਤੂੰ ਐਵੇਂ ਡਿੱਗੀ ਜਾਈ ਠੇਡੇ ਖਾ ਖਾ ਕੇ। ਸਹੂਲਤ ਲੈ ਲਈ ਇੱਕ। ਇਹ ਉਹ ਸਮੇਂ ਦੀ ਗੱਲ ਕਰਦੇ ਆਂ ਵੀ ਉਹ ਸਮਾਂ ਕਿਹੜਾ ਸੀ। ਦੇਖੋ ਇਹ ਸ਼ਬਦ ਕਿਦਾਂ ਚੱਲਣਾ ਬਾਬੇ ਨਾਨਕ ਦਾ, ਕਿਦਾਂ ਕਟਾਕਸ਼ ਮਾਰਨੀ ਹੈ ਬਾਬੇ ਨਾਨਕ ਨੇ। ਕਹਿੰਦੇ ਜਦੋਂ ਸੂਰਜ ਨਿਕਲ ਜੇ ਉਦੋਂ ਕਰੋ ਜਿਹੜਾ ਕੰਮ ਤੁਸੀਂ ਧਰਮ ਦਾ ਕਰਨਾ ਹੈ, ਤੇ ਜਦੋਂ ਸੂਰਜ ਛਿਪ ਜੇ ਉਦੋਂ ਬੰਦ ਕਰ ਦਿਓ। ਇਸ ਕਰਕੇ ਜਗਨ ਹੋਮ ਪੁੰਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹਿ। ਸੋ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ 3 ਵੇਲੇ ਬਸ ਰਾਮ ਨਾਮ ਬਿਨ ਮੁਕਤ ਨ ਪਾਵਸ। ਮੁਕਤ ਨਾਮ ਗੁਰਮੁਖੇ ਲਹੈ। ਨਾਮ ਤੋਂ ਬਗੈਰ ਮੁਕਤ ਪਦਾਰਥ ਨਹੀਂ ਮਿਲਣਾ। ਮੁਕਤ ਪਦਾਰਥ ਹਾਸਲ ਕਰਨ ਵਾਸਤੇ ਗੁਰਮੁਖ ਸਿਸਟਮ ਦੇ ਵਿੱਚ ਆਉਣਾ ਹੀ ਪੈਣਾ ਹੈ। ਇਹ ਸਿਸਟਮ ਆਪਾਂ ਚੰਗੀ ਤਰ੍ਹਾਂ ਨਖੇੜਾ ਹੈ ਪਿੱਛੇ। ਜਿੰਨੇ ਮਰਜ਼ੀ ਕਰਮਕਾਂਡ ਕਰ ਲਓ, ਕਰਮਕਾਂਡ ਕਰ ਕਰਕੇ ਦੇਹ ਨੂੰ ਦੁਖੀ ਕਰਨਾ ਹੈ। ਇਹ ਰੋਜ਼ ਦਾ ਦੇਹ ਨੂੰ ਦੁਖੀ ਕਰਨ ਦਾ ਕੰਮ ਹੈ। ਉਹ ਇਹਨਾਂ ਨੇ ਸਾਨੂੰ ਵੀ ਇਹਨਾਂ ਕੰਮਾਂ 'ਚ ਪਾਤਾ। ਕੋਈ ਵੀ ਕੰਮ ਜਿਹੜਾ ਦੇਹ ਨੂੰ ਦੁਖੀ ਕਰਦਾ ਉਹਨੂੰ ਛੱਡੋ। ਉਹ ਬਾਬੇ ਨਾਨਕ ਨੇ ਪ੍ਰਵਾਨ ਨਹੀਂ ਕਰਨਾ, ਨਾ ਗੁਰਬਾਣੀ ਨੇ ਪ੍ਰਵਾਨ ਕੀਤਾ, ਨਾ ਕਿਸੇ ਹੋਰ ਗੁਰੂ ਸਾਹਿਬਾਨ ਨੇ ਪ੍ਰਵਾਨ ਕੀਤਾ। ਜਗਨ ਹੋਮ ਪੁੰਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹਿ। ਆ ਕੰਮ ਕਰਕੇ ਦੁੱਖ ਹੀ ਦੁੱਖ ਹੈ। ਰਾਮ ਨਾਮ ਬਿਨ ਮੁਕਤ ਨਾ ਪਾਵਸ। ਮੁਕਤ ਪਦਾਰਥ ਰਾਮ ਨਾਮ ਤੋਂ ਬਿਨਾ ਹਾਸਲ ਨਹੀਂ ਕੀਤਾ ਜਾ ਸਕਦਾ। ਮੁਕਤੇ ਨਾਮੇ ਗੁਰਮੁਖ ਲਹਿ। ਗੁਰਮੁਖ ਸਿਸਟਮ ਦੇ ਵਿੱਚ ਆ ਕੇ ਨਾਮ ਦਾ ਅਭਿਆਸ ਕਰਕੇ ਮੁਕਤ ਪਦਾਰਥ ਹਾਸਲ ਕੀਤਾ ਜਾ ਸਕਦਾ ਹੈ। ਖਤਮ। ਫੈਸਲਾ ਨੰਬਰ 1 ਆ ਗਿਆ ਇੱਥੇ। ਕਿਉਂ? ਰਾਮ ਨਾਮ ਬਿਨ ਬਿਰਥੇ ਜਗ ਜਨਮਾ। ਨਾਮ ਨਹੀਂ ਜਪਿਆ, ਇਹ ਜਨਮ ਤੇਰਾ ਵਿਅਰਥ ਹੋ ਜਾਣਾ। ਜਨਮ ਹੀ ਤੇਰਾ, ਸਾਰੀ ਲਾਈਫ ਹੀ ਵੇਸਟ ਹੋ ਜਾਣੀ ਹੈ। ਤੇਰੀ ਵਾਰੀ ਲੰਘ ਜਾਣੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਬਾਰੀ ਤੇਰੀ ਜਿਹੜੀ ਹੈ, ਟਰਨ ਜਿਹੜੀ ਆਈ ਹੈ, ਮਿਲੀ ਹੈ ਭਾਗਾਂ ਦੇ ਨਾਲ, ਉਹ ਲੰਘ ਜਾਣੀ ਹੈ। ਬਿਖ ਖਾਵੈ ਬਿਖ ਬੋਲੀ ਬੋਲੇ ਬਿਨ ਨਾਵੇਂ ਨਿਫਲ ਮਰਨਾ। ਨਾਮ ਤੋਂ ਬਿਨਾ ਜੋ ਵੀ ਵਿਚਾਰ ਹੈ, ਚਾਹੇ ਉਹ ਆਗਮ ਸ਼ਾਸਤਰ
व्याकरण, बोलियां, जो भी है वो व्यर्थ है, वो बिख है, जहर है। इन्नी इंपॉर्टेंस है नाम दी। बिन नावे निफल मरना, बिना किसी फल तो बगैर, बिना कुछ हासिल कीतियां इदां ही बंदा मर जांदा। बड़ी सिंपल तुक है गुरबाणी दी, कहंदे मानू घल्लै ਉੱਠੀ ਚੱਲਿਆ। ਜਿੱਦਾਂ ਆਪਾਂ ਪੰਜਾਬੀ 'ਚ ਨਹੀਂ ਗੱਲ ਕਰਦੇ ਆਮ ਆਪਣੀ ਸਲੈਂਗ ਦੇ ਵਿੱਚ, ਕਹਿੰਦੇ ਯਾਰ ਸਵਾਦ ਨਹੀਂ ਆਇਆ। ਆਪਾਂ ਕੋਈ ਕੰਮ ਕਰਦੇ ਨਾ, ਕਹਿੰਦੇ ਸਵਾਦ ਨਹੀਂ ਆਇਆ, ਮਜ਼ਾ ਨਹੀਂ ਆਇਆ, ਹੈ ਨਾ। ਇਹ ਸਲੈਂਗ ਹੈ। ਹੁਣ ਮਜ਼ਾ ਕਾਹਦਾ ਆਉਣਾ, ਸਵਾਦ ਕਾਹਦਾ ਆਉਣਾ। ਫਿਲਮ ਵੇਖੀ, ਫਿਲਮ ਦਾ ਕੋਈ ਸਵਾਦ, ਪਰ ਇਹ ਸਲੈਂਗ ਹੈ। ਇਹਦਾ ਮਤਲਬ ਕਿ ਉਹ ਜਿਹੜਾ ਵਿਸ਼ਾ ਸੀ ਉਹ ਮੇਰੇ ਮੇਰੇ ਮੈਨੂੰ ਮੇਰੇ ਮਨ ਨੂੰ ਚੰਗਾ ਨਹੀਂ ਲੱਗਿਆ। ਜੇ ਕੋਈ ਪਿਕਚਰ ਵੇਖ ਰਿਹਾ ਬੰਦਾ, ਮੈਂ ਐਗਜ਼ਾਮਪਲ ਲੈ ਰਿਹਾ, ਇਦਾਂ ਹੀ ਗੁਰਬਾਣੀ ਦੇ ਵਿੱਚ ਐਗਜ਼ਾਮਪਲ ਲੈ ਕੇ ਗੱਲ ਕਰਦੇ। ਕਹਿੰਦੇ ਮਾਣੂ ਘੱਲੈ ਉੱਠੀ ਚੱਲੈ, ਉਹ ਤੈਨੂੰ ਬੰਦਾ ਬਣਾ ਕੇ ਭੇਜਿਆ ਸੀ, ਤੂੰ ਉਦਾਂ ਹੀ ਵਾਪਸ ਆ ਗਿਆ, ਕੁਛ ਕੀਤਾ ਹੀ ਨਹੀਂ, ਆਪਣੀ ਵਾਰੀ ਨਹੀਂ ਲਈ। ਕਹਿੰਦੇ ਸਾਧ ਨਹੀਂ ਇਹ ਵੇਹੀ ਗੱਲ ਹੈ। ਕਹਿੰਦੇ ਯਾਰ ਮਜ਼ਾ ਨਹੀਂ ਆਇਆ, ਸਵਾਦ ਨਹੀਂ ਆਇਆ ਇਹ ਗੱਲ ਦਾ, ਵੀ ਤੂੰ ਜਨਮ ਲੈ ਕੇ ਇੰਨਾ ਉੱਤਮ ਜੂਨ ਦੇ ਵਿੱਚ ਆ ਕੇ ਵੀ ਕੋਈ ਕੋਈ ਕੁਛ ਹਾਸਲ ਹੀ ਨਹੀਂ ਕਰ ਸਕਿਆ। ਅੱਛਾ ਜੀ, ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੈ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭਰਮ ਨਾ ਰਹਾਓ। ਅੱਗੇ ਚੱਲੀਏ ਨੰਬਰ 2 ਤੇ, ਕਹਿੰਦੇ ਪੁਸਤਕ, ਪਾਠ, ਵਿਆਕਰਣ, ਵਖਾਣਾ, ਧਾਰਮਿਕ ਪੁਸਤਕਾਂ ਦਾ ਪਾਠ, ਫਿਰ ਉਹ ਪਾਠ ਨੂੰ ਵਿਆਕਰਣ ਦੇ ਨਾਲ ਐਕਸਪਲੇਨ ਕਰਨਾ, ਵਖਾਣਾ, ਵਿਆਕਰਣ ਦੇ ਨਾਲ ਬੋਲ ਬੋਲ ਕੇ ਉਹਨੂੰ ਸਮਝਾਉਣਾ ਕਿ ਆ ਜੀ ਇੱਥੇ ਨਾਉ ਹੈ, ਇਹ ਪੜਨਾਉ ਹੈ, ਇਹ ਜੇ ਏਦਾਂ ਲੱਗਿਆ ਹੋਏ ਤੇ ਉਹ ਕਮਾਲ ਹੈ। ਉਹ ਅਸੀਂ ਪਿੰਡਾਂ 'ਚ ਰਹਿਣ ਵਾਲੇ, ਕਿਰਤ ਕਰਨ ਵਾਲੇ, ਗ੍ਰਸਤੀ ਜੀਵਨ 'ਚ ਪ੍ਰਵੇਸ਼ ਕਰਨਾ ਸਾਡਾ ਜ਼ਰੂਰੀ ਹੈ। ਇਹ ਚੀਜ਼ਾਂ ਕਰਕੇ ਸਮਾਂ ਖਰਾਬ ਕਰਨਾ ਆਪਣਾ। ਸਾਨੂੰ ਇੱਕੋ ਹੀ ਕੰਮ ਕਿਹਾ ਹੈ, ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਇਹ ਪੁਸਤਕਾਂ ਦੇ ਪਾਠ, ਧਾਰਮਿਕ ਪੁਸਤਕਾਂ ਦੇ ਪਾਠ, ਇਹ ਵਿਆਕਰਣ ਦਾ ਇਹਨੂੰ ਐਕਸਪਲੇਨ ਕਰਨਾ, ਇਹਨੂੰ ਸਮਝਾਉਣਾ, ਇਹਦੇ ਲਈ ਸਾਡੇ ਕੋਲ ਟਾਈਮ ਥੋੜੀ ਹੈ। ਸੰਧਿਆ ਕਰਮ ਤਿਕਾਲ ਕਰੈ, ਕਹਿੰਦੇ 3 ਵੇਲੇ ਹੀ ਤੇਰਾ ਇਹ ਕੰਮ ਹੈ। ਸੰਧਿਆ ਕਰਮ, ਸਵੇਰੇ ਜਿਉਂ ਸੂਰਜ ਚੜ੍ਹਦਾ ਤੇ ਸੂਰਜ ਛਿਪੜ ਤੱਕ ਤੇਰਾ ਕੰਮ ਹੀ ਇਹੀ ਹੈ। ਤਿੰਨੋਂ ਵੇਲੇ ਤੂੰ ਆ ਪੁਸਤਕਾਂ ਦੇ ਪਾਠ ਕਰਾਈ ਜਾ ਰਿਹਾ ਹੈ, ਵਿਆਕਰਣ ਨਾਲ ਵਿਆਖਿਆ ਕਰਵਾਈ ਜਾ ਰਿਹਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਹਿੰਦੇ ਤੈਨੂੰ ਕੋਈ ਸ਼ਰਮ ਹੈ ਮਾੜੀ ਮੋਟੀ? ਕਿਤੇ ਹੈ ਇਹਦੇ ਬਾਰੇ ਲਿਖਿਆ? ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਮੁਕਤ ਪਦਾਰਥ ਗੁਰੂ ਦੇ ਸ਼ਬਦ ਤੋਂ ਬਿਨਾਂ ਹਾਸਲ ਨਹੀਂ ਕੀਤਾ ਜਾ ਸਕਦਾ। ਰਾਮ ਨਾਮ ਬਿਨ ਉਰਜ ਮਰੈ। ਤੇ ਹਾਲਤ ਕੀ? ਤੇਰਾ ਜਨਮ ਮਰਨ ਕਦੇ ਵੀ ਖਤਮ ਨਹੀਂ ਹੋਣਾ, ਉਲਝਿਆ ਰਹੇਗਾ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। ਕਿਉਂ ਕਿਉਂ? ਇਹਦਾ ਜਵਾਬ ਮੰਗੋ ਰਹਾਉ ਚੋਂ, ਮੁੜ ਕੇ ਆ ਜਾਓ ਉੱਥੇ। ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੈ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮਣਾ। ਧਾਰਮਿਕ ਪੁਸਤਕਾਂ ਦੇ ਪਾਠ ਕੀ ਹੈ? ਬਿਖ ਖਾਵੈ, ਕਿਉਂਕਿ ਉਹ ਤੇ ਅਮਲ ਨਹੀਂ ਹੋ ਰਿਹਾ। ਉਹ ਪਾਠ ਹੀ ਪਾਠ, 40-40, 25-25, 21-21, 31-31, 101 ਪਾਠ, ਆ ਹੋਰ ਇੱਕ 108, ਕਈ ਮਹਾਰਾਜ ਦੇ ਸਰੂਪ ਰੱਖ ਕੇ ਇੱਕ ਬੰਨੇ 52 ਸਰੂਪ, ਇੱਕ ਬੰਨੇ 58 ਸਰੂਪ, ਇੱਕ ਬੰਨੇ ਪਤਾ ਨਹੀਂ ਕਿੰਨੇ 108 ਬਣਾ ਕੇ ਉਹਦਾ ਕਹਿੰਦੇ ਜੀ 108 ਪਾਠ ਲਗਾਤਾਰ ਚੱਲ ਰਹੇ हैं। ਅਮਲ ਹੈ ਹੀ ਨਹੀਂ। ਇਹ ਬਾਹਮਣਾ ਦਾ ਕੰਮ ਸੀ। ਪੁਸਤਕ ਪਾਠ ਵਿਆਕਰਣ ਵਖਾਣਾ, ਸੰਧਿਆ ਕਰਮ ਤਿਕਾਲ ਕਰੈ। ਸਵੇਰ ਤੋਂ ਲੈ ਕੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਪੁਸਤਕਾਂ ਦੇ ਪਾਠ, ਹੋਰ ਵਿਆਕਰਣ ਦੇ ਐਕਸਪਲੇਨੇਸ਼ਨ। ਕਹਿੰਦੇ ਇਹੋ ਕਰਮਕਾਂਡਾਂ ਚ ਪਿਆ। ਸਭ ਤੋਂ ਵੱਡਾ ਕਰਮਕਾਂਡ ਗਿਣਿਆ। ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਹੈ। ਰਾਮ ਨਾਮ ਬਿਨ ਉਰਜ ਮਰੈ। ਕਿਉਂ?
राम नाम बिन बिरथे जग जन्मा बिख खावै बिख बोली बोलै। ਹੁਣ ਕੀ ਬਿਖ ਨਹੀਂ ਹੈ? ਕੇਵਲ ਪੁਸਤਕਾਂ ਦੇ ਪਾਠ ਕਰਨਾ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਕਿਤੇ ਲਿਖਿਆ ਹੋਏ ਦੱਸ ਦਿਓ, ਅਸੀਂ ਉਦਾਂ ਹੀ ਕਰਨਾ ਸ਼ੁਰੂ ਕਰ ਦਾਂਗੇ। ਪਰ ਹੁਣ ਨਹੀਂ, ਅਜੇ ਸਾਨੂੰ ਨਹੀਂ ਪਤਾ ਲੱਗਿਆ ਕਿਤੇ। ਸਾਨੂੰ ਕੇਵਲ ਤੇ ਕੇਵਲ ਜਿਹੜਾ ਪਤਾ ਲੱਗਿਆ ਉਹ ਹੈ ਵਾਹਿਗੁਰੂ, 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 ਵਾਹਿਗੁਰੂ। ਇਸ ਤੋਂ ਇਲਾਵਾ ਹੋਰ ਜਿੰਨੇ ਕੰਮ ਨੇ, ਬਿਖ ਖਾਵੈ ਬਿਖ ਬੋਲੀ ਬੋਲੇ ਬਿਨ ਨਾਵੇਂ ਨੇਫਲ ਮਰ ਭ੍ਰਮਣਾ। ਹੋਰ ਅੱਗੇ ਚਲੀਏ, ਕਹਿੰਦੇ ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤ ਭ੍ਰਮਣ ਕਰੈ। ਕਹਿੰਦੇ ਇੱਥੇ ਬਸ ਨਹੀਂ ਕਰਦਾ, ਇਹ ਪਾਠ ਦੀ ਬਸ ਨਹੀਂ ਕਰਦਾ, ਇਹ ਵਿਆਕਰਨ ਦੀ ਐਕਸਪਲੇਨੇਸ਼ਨ ਤੇ ਬਸ ਨਹੀਂ ਕਰਦਾ। ਇਹ ਕਹਿੰਦੇ ਡੰਡਾ, ਜੋਗੀ ਜਿਹੜੇ ਲੋਕ ਡੰਡਾ ਰੱਖਦੇ ਸੀ, ਕਿਤੇ ਰਾਹ ਜਾਂਦੇ ਆ ਹਨੇਰੇ ਸਵੇਰੇ ਕੁੱਤਾ ਕਾਤਾ ਨਾ ਕਿਤੇ ਪੈ ਜੇ ਜਾਂ ਹੋਰ ਕੁਝ ਸੱਪ ਸੁੱਪ ਨਾ ਆ ਜੇ, ਉਹ ਡੰਡਾ ਰੱਖਦੇ ਸੀ ਕੋਲ। ਫਿਰ ਕਮੰਡਲ, ਕਮੰਡਲ ਇੱਕ ਗੜਵੀ ਜੀ ਵਰਗਾ ਹੁੰਦਾ ਭਾਂਡਾ, ਉਹਦੇ ਤੇ ਹੈਂਡਲ ਵੀ ਲੱਗਾ ਹੁੰਦਾ ਉਹਨੂੰ ਫੜਨ ਵਾਸਤੇ। ਉਹ ਆਪਾਂ, ਮੇਰਾ ਖਿਆਲ ਇਹ ਉਹ ਚ ਜ਼ਿਕਰ ਆਇਆ ਸੀ, ਆਪਾਂ ਸਿੱਧ ਗੋਸ਼ਟ, ਇਹਦੇ ਚ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਕਮੰਡਲ, ਖੱਪਰ, ਚਿੱਪੀ ਵੀ ਕਹਿ ਦਿੰਦੇ ਉਹਨੂੰ। ਕਹਿੰਦੇ ਡੰਡਾ ਤੇਰੇ ਕੋਲ ਹੈ, ਕਮੰਡਲ ਤੂੰ ਰੱਖ ਰਿਹਾ, ਸਿਖਾ। ਹੁਣ ਸਿਖਾ ਕੀ ਹੈ? ਇਹ ਹੈ ਸਿੱਖਿਆ, ਸਿੱਖਿਆ। ਇੱਕ ਤੂੰ ਡੰਡਾ ਰੱਖਿਆ ਆਪਣੇ ਕੋਲ, ਇੱਕ ਕਮੰਡਲ ਰੱਖਿਆ ਨਾਲ। ਉਹ ਕੋਈ ਗੜਵਈ ਨਹੀਂ, ਗੜਵਈ ਆਪਣੇ ਕਹਿ ਦਿੰਦੇ, ਗੜਵਈ ਉਹੀ ਚੁੱਕੀ ਫਿਰਦੇ ਹੁੰਦੇ ਆ। ਉਹ ਬਾਬਾ ਜੀ ਦੇ ਹੱਥ ਧਵਾਉਂਦੇ ਥਾਂ ਥਾਂ ਤੇ, ਜਿੱਥੇ ਬਾਬਾ ਜੀ ਨੇ ਜਰਾਬਾਂ ਪਾਉਣੀਆਂ ਫਿਰ ਹੱਥ ਧਵਾਓ, ਬਾਬਾ ਜੀ ਬਹਿ ਗਏ ਆ ਸੋਫੇ ਤੇ ਉੱਠਣ ਲੱਗੇ ਹੱਥ ਧਵਾਓ, ਹੁਣ ਬਾਬਾ ਜੀ ਨੇ ਜਲ ਛਕਣਾ ਹੱਥ ਧਵਾਓ, ਫਿਰ ਤੌਲੀਆ ਲਈ ਫਿਰਦੇ ਨਾਲ ਇੱਕ। ਡੰਡ ਕਮੰਡਲ ਸਿੱਖਿਆ, ਜਿਹੜੀ ਸਿੱਖਿਆ ਤੂੰ ਦੇ ਰਿਹਾ। ਫਿਰ ਸੂਤ, ਸੂਤ ਹੈ ਜਨੇਊ, ਜਨੇਊ, ਜਨੇਊ ਜਿਹੜਾ ਪਵਾਉਂਦੇ ਸੀ ਕਹਿ ਕਹਿ ਕੇ। ਫਿਰ ਧੋਤੀ, ਤੀਰਥੇ ਗਵਨ ਅਤ ਭ੍ਰਮਣ ਕਰੈ। ਕਹਿੰਦੇ ਜਨੇਊ ਪਾ ਕੇ, ਧੋਤੀ ਪਾ ਕੇ, ਡਰੈਸ ਖਾਸ ਕਿਸਮ ਦੀ ਡਰੈਸ ਹੈ। ਸਾਡੇ ਕਹਿੰਦੇ ਵੇਸੀ ਸ਼ਾਹ ਨਾ ਪਾਈਏ ਕਰ ਕਰ ਵੇਸ ਰਹੀ। ਸਾਡੇ ਤੇ ਬਾਬਾ ਨਾਨਕ ਇਹ ਕਹਿੰਦਾ ਛੋਡੋ ਵੇਸ ਭੇਖ ਚਤਰਾਈ ਦੁਬਦਾ ਇਹ ਫਲ ਨਾਹੀ ਜੀਓ। ਮਨ ਨੇ ਖੜਾ ਹੀ ਨਹੀਂ ਹੋਣਾ ਇਹਨਾਂ ਇਹਨਾਂ ਚੀਜ਼ਾਂ ਦੇ ਨਾਲ। ਕਹਿੰਦੇ ਆ ਤੂੰ ਡੰਡਾ ਲੈ ਕੇ, ਕਮੰਡਲ ਲੈ ਕੇ, ਆਪਣੀ ਸਿੱਖਿਆ ਚੁੱਕੀ ਨਾਲ ਫਿਰਦਾ ਹੈ, ਲੋਕਾਂ ਨੂੰ ਦੱਸਦਾ। ਜਨੇਊ ਤੇਰੇ ਪਾਇਆ, ਧੋਤੀ ਪਾਈ, ਇੱਕ ਖਾਸ ਕਿਸਮ ਦੀ ਧਾਰਮਿਕ ਪਹਿਰਾਵਾ ਆਪਣਾ ਬਣਾਇਆ ਹੋਇਆ, ਆਪਣੀ ਇੱਕ ਦਿੱਖ ਬਣਾਈ ਹੋਈ ਹੈ ਵੀ ਮੈਂ ਬੜਾ ਧਾਰਮਿਕ ਲੱਗਾ, ਮੈਂ ਬੜਾ ਤਕੜਾ ਪ੍ਰਚਾਰਕ ਲੱਗਾ। ਤੀਰਥਾਂ ਤੇ ਤੂੰ ਗਵਨ ਕਰ ਰਿਹਾ, ਤੇ ਨਾਮ ਦਾ ਤੈਨੂੰ ਪਤਾ ਹੀ ਨਹੀਂ। ਚੱਲ ਜੇ ਮਾੜਾ ਮੋਟਾ ਪਤਾ ਵੀ ਹੋਊ, ਪਰ ਇਹ ਕੰਮ ਕਰਦੇ 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 ਨਾਮ ਤੇ ਵਿਸਰੂ, ਇਹਨਾਂ ਨੂੰ ਇੰਪੋਰਟੈਂਸ ਜ਼ਿਆਦਾ ਦਿੱਤੀ ਜਾਊਗੀ। ਰਾਮ ਨਾਮ ਬਿਨ ਸ਼ਾਂਤ ਨਾ ਆਵੇ, ਤੇਰਾ ਮਨ ਖੜਾ ਹੋ ਹੀ ਨਹੀਂ ਸਕਦਾ, ਇਹਨਾਂ ਚੀਜ਼ਾਂ ਚੋਂ ਨਿਕਲ ਹੀ ਨਹੀਂ ਪਾਏਗਾ। ਇਹੀ ਤੇਰੀ ਸ਼ਾਂਤੀ ਭੰਗ ਕਰਨ ਵਾਲੀਆਂ ਚੀਜ਼ਾਂ ਨੇ। ਜਿਹੜੇ ਧਾਰਮਿਕ ਚਿੰਨ੍ਹ ਚੁੱਕਣੇ ਪੈਂਦੇ ਆ ਤੈਨੂੰ, ਧਾਰਮਿਕ ਵਸਤਾਂ ਤੈਨੂੰ ਨਾਲ ਰੱਖਣੀਆਂ ਪੈਂਦੀਆਂ ਨੇ। ਬਈ ਮੈਂ ਧਾਰਮਿਕ ਲੱਗਾ, ਮੈਂ ਇੱਕ ਵੱਖਰਾ ਕਿਸਮ ਦਾ ਲੱਗਾ ਵੀ ਮੈਂ ਬੜਾ ਰੱਬ ਨੂੰ ਪਹੁੰਚਿਆ। ਕਮੰਡਲ ਕੋਲ ਹੈ, ਸਿੱਖਿਆ ਜਿਹੜੀ ਤੂੰ ਦੇਣੀ ਹੈ ਲੋਕਾਂ ਨੂੰ ਉਹ ਤੇਰੇ ਕੋਲ ਹੈ, ਜਨੇਊ ਪਾਇਆ, ਧੋਤੀ ਪਾਈ ਹੈ, ਸਭ ਵੇਸ ਨਾਲ, ਸਰੀਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ, ਧਾਰਮਿਕ ਚਿੰਨ੍ਹ ਨੇ ਜਿਹੜੇ। ਮਹਾਰਾਜ ਕਹਿੰਦੇ ਇਤ ਸੰਜਮੇ ਪ੍ਰਭ ਕਿਨੇ ਨਾ ਪਾਇਆ, ਇਤ ਸੰਜਮ ਪ੍ਰਭ ਕਿਨੇ ਨਾ ਪਾਇਆ। ਇਸ ਤਰ੍ਹਾਂ ਦੇ ਨਾਲ ਅਕਾਲ ਪੁਰਖ ਨਹੀਂ ਮਿਲਣਾ। ਇਹ ਕੰਮ ਕਰਨ ਦੇ ਨਾਲ ਅਕਾਲ ਪੁਰਖ ਨਹੀਂ ਮਿਲਣਾ।
ਨਾਮ ਤੇ ਕਿਤੇ ਪਾਸੇ ਰਹਿ ਗਿਆ। ਸਰੀਰ ਤੇ ਆਹ ਪਾ ਲਓ, ਸਰੀਰ ਨੂੰ ਏਦਾਂ ਸਜਾ ਲਓ ਜੀ, ਆਹ ਡਰੈਸ ਪਾ ਲਓ ਜੀ, ਏਦਾਂ। ਉਹ ਇਹਨਾਂ ਕੰਮਾਂ 'ਚ ਪੈ ਕੇ ਨਹੀਂ, ਨਾਮ ਨਹੀਂ ਜਪਿਆ ਜਾ ਸਕਦਾ। ਨਾਮ ਨਹੀਂ ਜਪਿਆ ਜਾ ਸਕਦਾ ਜਦੋਂ ਤੱਕ ਇਹਨਾਂ ਚੀਜ਼ਾਂ 'ਚੋਂ ਬਾਹਰ ਨਹੀਂ ਆਵਾਂਗੇ। ਰਾਮ ਨਾਮ ਬਿਨ ਸ਼ਾਂਤ ਨ ਆਵੈ, ਜਪ ਹਰ ਹਰ ਨਾਮ ਸੋ ਪਾਰ ਪਰੈ। ਇਹ ਭਵਜਲ ਸੰਸਾਰ ਨੂੰ ਜਿੱਤਣਾ ਤੇ ਨਾਮ ਦਾ ਅਭਿਆਸ ਕਰਨਾ ਪਊਗਾ। ਜੇ ਪੀਸ ਆਫ ਮਾਈਂਡ ਚਾਹੁੰਦਾ, ਨਾਮ ਦਾ ਅਭਿਆਸ ਕਰਨਾ ਪਊਗਾ। ਜੇ ਮਨ ਨੂੰ ਵਿਚਾਰਾਂ ਤੋਂ ਮੁਕਤੀ ਦੇਣੀ ਹੈ, ਸ਼ਬਦ ਦਾ ਅਭਿਆਸ ਕਰਨਾ ਪਊਗਾ। ਇਹਨੂੰ ਕਹਿੰਦੇ ਆ ਸ਼ਾਂਤ। ਇਹਨੂੰ ਕਹਿੰਦੇ ਆ ਸ਼ਾਂਤ। ਵਾਹਿਗੁਰੂ 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 ਵਾਹਿਗੁਰੂ। ਇਹ ਕੰਮ ਕਰਨਾ ਪਊ। ਇਹ ਸਿੱਖਾ ਦਾ ਲਫ਼ਜ਼ ਹੈ। ਇਹ ਮੈਨੂੰ ਯਾਦ ਨਹੀਂ ਆ ਰਹੀ, ਆਪਣਾ ਵਿਚਾਰ ਖਤਮ ਹੋਣ ਤੋਂ ਬਾਅਦ ਜੇ ਕਿਸੇ ਨੂੰ ਯਾਦ ਆਵੇ, ਸਿੱਖਾ ਕੰਨ ਚੜਾਈ ਆ, ਏਦਾਂ ਇਹ ਆਸਾ ਦੀ ਵਾਰ ਦੇ ਵਿੱਚ ਆਉਂਦਾ। ਵਾਰ ਦੇ ਵਿੱਚ ਸਿੱਖਾ ਕੰਨ ਚੜਾਈ, ਮੈਨੂੰ ਇਸ ਵੇਲੇ ਪੂਰੀ ਤੁਕ ਯਾਦ ਨਹੀਂ ਆ ਰਹੀ। ਮੈਂ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਨਹੀਂ ਲੱਗਦਾ। ਆਪਾਂ ਅੱਗੇ ਚੱਲਦੇ ਹਾਂ। ਜਦੋਂ ਆਪਾਂ ਬਾਅਦ ਚ ਆਪਣੀ ਸਾਂਝ ਪਾਉਣੀ ਹੈ, ਉਦੋਂ ਕਿਸੇ ਦੇ ਯਾਦ ਆਵੇ ਤੇ ਤੁਕ ਮੈਨੂੰ ਪੂਰੀ ਆਪਾਂ ਇੱਕ ਵਾਰੀ ਵਿਚਾਰ ਲਾਂਗੇ। ਕੋਈ ਯਾਦ ਕਰਾ ਦਿਓ। ਸੋ ਪੀਸ ਆਫ ਮਾਈਂਡ ਜਿਹੜਾ ਹੈ ਉਹ ਡਰੈਸਾਂ ਦੇ ਨਾਲ ਜਾਂ ਧਾਰਮਿਕ ਚਿੰਨ੍ਹਾਂ ਦੇ ਨਾਲ ਨਹੀਂ ਮਿਲਣਾ, ਤੀਰਥਾਂ ਤੇ ਜਾ ਕੇ ਨਹੀਂ ਮਿਲਣਾ, ਯਾਤਰਾ ਕਰ ਕਰਕੇ ਨਹੀਂ ਮਿਲਣਾ। ਨਾਮ ਨਾਲ ਹੀ ਸ਼ਾਂਤੀ ਆਉਣੀ ਹੈ, ਨਾਮ ਨਾਲ ਹੀ ਮਨ ਖੜਾ ਹੋਣਾ ਹੈ, ਨਾਮ ਨਾਲ ਹੀ ਗਿਆਨ ਆਉਣਾ। ਅਦਰਵਾਈਜ਼ ਇਹੋ ਕੰਮ ਕਰਦੇ ਰਹਿ ਜਾਾਂਗੇ। ਪੁਸਤਕ ਪਾਠ ਵਿਆਕਰਣ ਵਿਖਾਣਾ, ਸੰਧਿਆ ਕਰਮ ਤਿਕਾਲ ਕਰੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨੋਂ ਵੇਲੇ, ਸਵੇਰੇ ਦੁਪਹਿਰੇ ਸ਼ਾਮ, ਆਹੀ ਕੰਮ ਕਰੀ ਜਾਵਾਂਗੇ। ਸ਼ਬਦ ਦਾ ਅਭਿਆਸ ਕਦੋਂ ਹੋਊਗਾ? ਫਿਰ ਰਹਾਉ ਦੇ ਵਿੱਚ ਚੋਟ ਮਾਰਦੇ ਕਹਿੰਦੇ, ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੈ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮਣਾ। ਹੁਣ ਆ ਨੰਬਰ ਇੱਕ ਨੰਬਰ ਵੀ ਸਾਰਾ ਇਹ ਮਗਰੋਂ ਲਾਉਣ ਵਾਲੀਆਂ ਚੀਜ਼ਾਂ ਨੇ। ਗਿਆਨ ਹਾਸਲ ਕਰਨਾ, ਬਸ ਉੱਥੇ ਨਾਮ ਦੀ ਗੱਲ ਹੈ। ਨਾਮ ਨੂੰ ਅਸੀਂ ਅਡਾਪਟ ਕਰਨਾ, ਸਮਝਣਾ। ਨੰਬਰ 2 ਦੇ ਵਿੱਚ ਵੀ ਗੁਰੂ ਦੇ ਸ਼ਬਦ ਦੀ ਗੱਲ ਆ, ਉਸ ਤੋਂ ਬਿਨਾਂ ਮੁਕਤੀ ਨਹੀਂ। ਨੰਬਰ 3 ਦੇ ਵਿੱਚ ਜਿਹੜੇ ਧਾਰਮਿਕ ਚਿੰਨ੍ਹ ਨੇ ਉਹ ਸਾਰੇ ਰੱਦ ਕਰ ਦਿੱਤੇ। ਕਹਿੰਦੇ ਨਾਮ ਤੋਂ ਬਿਨਾਂ ਗੱਲ ਹੀ ਕੋਈ ਨਾ ਕਰੋ। ਹੁਣ ਚੌਥੇ ਨੰਬਰ ਤੇ ਆ ਜਾਓ। ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਭਇਆ। ਜਟਾ ਦਾ ਆਪਾਂ ਪਿੱਛੇ ਸ਼ਬਦ ਚ ਵੀ ਆਇਆ, ਜਟਾਂ ਦਾ ਜੂੜਾ ਕਰਨਾ, ਤਨ ਤੇ ਭਸਮ ਲਾਉਣੀ ਆ। ਉਹ ਆਪਣੇ ਕੱਪੜੇ ਨਹੀਂ ਪਾਉਂਦੇ, ਤਨ ਤੇ ਸਵਾਹ ਮਲੀ ਫਿਰਦੇ ਨੇ, ਕਿਉਂਕਿ ਉਹ ਬਸਤਰ ਨਹੀਂ ਪਾਉਂਦੇ। ਇਸ ਲਈ ਉਹ ਜਿਹੜਾ ਤਾਂ ਇਹਨੂੰ ਪੰਜਾਬੀ ਸਲੈਂਗ ਦੇ ਵਿੱਚ ਇਹਨੂੰ ਕਹਿੰਦੇ ਪਿੰਡਾ ਹੰਡਾਉਣਾ। ਕੋਈ ਕੱਪੜਾ ਨਾ ਪਾਉਣਾ, ਸਵਾਹ ਮਲ ਕੇ ਰੱਖਣੀ ਬਾਡੀ ਦੇ ਉੱਤੇ, ਸਰੀਰ ਦੇ ਉੱਤੇ। ਇਹਨੂੰ ਕਹਿੰਦੇ ਨੰਗੇ ਰਹਿਣਾ ਲਫ਼ਜ਼ ਨਹੀਂ ਯੂਜ਼ ਕਰਦੇ, ਇਹਨੂੰ ਕਹਿੰਦੇ ਪਿੰਡਾ ਹੰਡਾਉਣਾ। ਕਿਉਂਕਿ ਲਫ਼ਜ਼ ਚੰਗੇ ਨਹੀਂ ਸੀ ਮੰਨੇ ਜਾਂਦੇ, ਪਰਿਵਾਰ ਦੇ ਵਿੱਚ ਬੈਠ ਕੇ ਇਦਾਂ ਦੀਆਂ ਗੱਲਾਂ ਨਹੀਂ ਸੀ ਕਰਦੇ। ਉਹਨੂੰ ਲਫ਼ਜ਼ ਉਹਨਾਂ ਨੇ ਬਣਾਇਆ ਸੀ ਪਿੰਡਾ ਹੰਡਾਉਣਾ। ਸਰੀਰ ਨੂੰ ਬਿਨਾਂ ਕੱਪੜਿਆਂ ਤੋਂ ਰੱਖਦੇ ਸੀ। ਜਟਾ ਮੁਕਟ ਕੀ ਆ? ਉਹ ਜਟਾਵਾਂ ਜਿਹੜੀਆਂ ਬਣਦੀਆਂ ਸੀ ਨਾ, ਉਹਨਾਂ ਦਾ ਜੂੜਾ ਉੱਤੇ ਬਣ ਜਾਂਦਾ ਸੀ। ਜੂੜਾ, ਉਹ ਜੂੜੇ ਨੂੰ ਮੁਕਟ ਕਹਿੰਦੇ ਸੀ। ਤੇ ਸਰੀਰ ਦੇ ਉੱਤੇ
ਭਸਮ ਸਵਾਹ ਮਲ ਲੈਂਦੇ ਸੀ, ਬਸਤਰ ਕੋਈ ਨਹੀਂ ਸੀ ਪਾਉਂਦੇ, ਪਿੰਡਾ ਹਟਾਉਂਦੇ ਸੀ। ਸੋ ਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸਵਾਹ ਮਲ ਲਈ, ਸਰੀਰ ਤੇ ਕੋਈ ਕੱਪੜਾ ਨਹੀਂ। ਰਾਮ ਨਾਮ ਬਿਨ ਤ੍ਰਿਪਤ ਨ ਆਵੈ, ਰਾਮ ਨਾਮ ਬਿਨ ਤ੍ਰਿਪਤ ਨ ਆਵੈ, ਕਿਰਤ ਕੈ ਬੰਧੈ ਭੇਖ ਭਇਆ। ਸੰਤੋਖ ਨਾਮ ਤੋਂ ਬਿਨਾਂ ਨਹੀਂ ਆ ਸਕਦਾ। ਕਰਮ ਕਾਂਡ ਦੇ ਬੰਧਨਾਂ 'ਚ ਫਸਿਆ ਰਹਿੰਦਾ, ਔਰ ਭੇਖ ਭਇਆ ਇੱਕ ਡਰੈਸ ਪਾ ਲਈ, ਧਾਰਮਿਕ ਚਿੰਨ੍ਹ ਰੱਖ ਲਏ ਜਿਹੜਾ ਉੱਤੇ ਜ਼ਿਕਰ ਆ ਰਿਹਾ ਹੈ। ਭੇਖ, ਇਹਨੂੰ ਭੇਖ ਕਹਿਤਾ। ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤ ਭ੍ਰਮਣ ਕਰੈ, ਰਾਮ ਨਾਮ ਬਿਨ ਸ਼ਾਂਤ ਨਾ ਆਵੈ, ਜਪ ਹਰ ਹਰ ਨਾਮ ਸੋ ਪਾਰ ਪਰੈ। ਫਿਰ ਕਹਿੰਦੇ ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਭਇਆ, ਰਾਮ ਨਾਮ ਬਿਨ ਤ੍ਰਿਪਤ। ਸੰਤੋਖ ਨਹੀਂ ਆਉਣਾ ਨਾਮ ਤੋਂ ਬਿਨਾਂ, ਸ਼ਬਦ ਦੀ ਕਮਾਈ ਤੋਂ ਬਿਨਾਂ। ਇਸੇ ਕਿ ਜਿਹੜੀ ਆਹ ਕਿਰਤ ਹੈ ਕਰਮ ਕਾਂਡਾਂ ਵਾਲੀ, ਕਰਮ ਕਾਂਡਾਂ ਦੇ ਬੰਧਨਾਂ ਦੇ ਵਿੱਚ ਫਸਿਆ ਪਿਆ, ਭੇਖ ਬਣਾਇਆ ਹੋਇਆ, ਆਪਣੇ ਆਪ ਨੂੰ ਇੱਕ ਤਕੜਾ ਪੁਜਾਰੀ ਬਣਾਇਆ ਹੋਇਆ। ਭੇਖ ਰੱਦੀ ਕਰ ਦਿੱਤਾ, ਨਾਮ ਤੋਂ ਬਿਨਾਂ ਹਰ ਚੀਜ਼ ਉਹਨਾਂ ਨੇ ਜ਼ੀਰੋ ਕਰਕੇ ਰੱਖ ਦਿੱਤੀ। ਚੈਟ ਦੇ ਵਿੱਚ ਨਵਜੋਤ ਹੋਰਾਂ ਨੇ ਮੈਸੇਜ ਪਾਇਆ, ਸਿੱਖਾਂ ਕੰਨ ਚੜਾਈ ਆ ਗੁਰ ਬ੍ਰਾਹਮਣ ਥੀਆ। ਇਹ ਸਿੱਖਿਆ ਦੀ ਗੱਲ ਸੀ, ਸਿੱਖਿਆ ਦਿੰਦਾ ਸੀ ਬ੍ਰਾਹਮਣ। ਧੰਨਵਾਦ ਜੀ। ਸੋ ਇਹ ਤੁਕ ਵੀ ਵਿਚਾਰ ਲਿਓ, ਸਿੱਖਾਂ ਕੰਨ ਚੜਾਈ ਆ ਗੁਰ ਬ੍ਰਾਹਮਣ ਥੀਆ। ਉਹ ਹੱਸਦੇ ਹੁੰਦੇ ਸੀ ਪਿੰਡਾਂ 'ਚ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਬ੍ਰਾਹਮਣ ਨੇ ਕਹਿੰਦੇ ਇਹ ਕੰਨ 'ਚ ਕਹਿ ਦਿੰਦਾ ਸੀ, ਇਹ ਪਿੰਡਾਂ ਥਾਈਂ ਮਜ਼ਾਕ ਬਣਾਇਆ ਹੁੰਦਾ ਸੀ। ਸੋ ਇਹਨਾਂ ਕਰਮ ਕਾਂਡਾਂ 'ਚ ਫਸਿਆ ਹੀ ਤੂੰ ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨਾ ਚਾਹੁੰਦਾ, ਡਰੈਸਾਂ ਦੇ ਨਾਲ, ਧਾਰਮਿਕ ਚਿੰਨ੍ਹਾਂ ਦੇ ਨਾਲ, ਆਰਟੀਕਲਸ ਦੇ ਨਾਲ। ਪਰ ਕਹਿੰਦੇ ਇਹ ਤੇਰਾ ਵੇਸਟੇਜ ਆਫ ਲਾਈਫ ਹੈ, ਵੇਸਟੇਜ ਆਫ ਜਨਮ ਹੈ। ਕਿਉਂ? ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੈ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮਣਾ। Everything is poison, whatever you are doing except ਨਾਮ। ਇੱਥੇ ਹੁਣ ਨੰਬਰ 5 ਸ਼ਬਦ ਕਲੋਜ਼ ਹੋਣਾ। ਇੱਥੇ ਹੁਣ ਥੋੜੇ ਜਿਹੇ ਪੋਜ਼ਿਟਿਵ ਹੋਣ ਲੱਗੇ ਨੇ ਪਾਤਸ਼ਾਹ। ਦੇਖੋ ਬਾਣੀ ਦੀ ਤਰਤੀਬ, ਕਹਿੰਦੇ ਜੇਤੇ ਜੀ ਜੰਤ ਜਲ ਥਲ ਮਹੀਲ, ਜਤਰ ਕਤਰ ਤੂੰ ਸਰਬ ਜੀਆਂ। ਇੱਕ ਮਿਹਰ ਦੀ ਦ੍ਰਿਸ਼ਟੀ ਆਉਣ ਲੱਗੀ ਹੈ। ਕਹਿੰਦੇ ਜਿੰਨੇ ਵੀ ਜੀ ਨੇ ਜਲ ਦੇ ਵਿੱਚ, ਥਲ ਦੇ ਵਿੱਚ ਤੇ ਸਪੇਸ ਦੇ ਵਿੱਚ, ਜਲ ਥਲ ਮਹੀਲ, ਇਹ ਸਪੇਸ ਹੈ, ਜਿਹੜੇ ਉੱਡਣ ਵਾਲੇ, ਜਿਹੜੇ ਧਰਤੀ ਤੇ ਅਸਮਾਨ ਦੇ ਵਿਚਕਾਰ ਜਿਹੜੀ ਸਪੇਸ ਆ ਉਹਦੇ ਵਿੱਚ ਜਿਹੜੇ ਜੀ ਜੰਤ ਉੱਡਦੇ ਫਿਰਦੇ ਆ। ਜਿੱਥੇ ਕਿਤੇ ਵੀ ਲਾਈਫ ਹੈ, ਕਹਿਣ ਦਾ ਭਾਵ ਵੀ ਜਿੱਥੇ ਕਿਤੇ ਵੀ ਲਾਈਫ ਹੈ, ਤੂੰ ਸਭਨਾਂ ਦੇ ਵਿੱਚ ਵਿਚਰ ਰਿਹਾ ਹੈ, ਤੂੰ ਸਰਬ ਜੀਆਂ। ਜੇਤੇ ਜੀ ਜੰਤ ਜਲ ਥਲ ਮਹੀਲ, ਜਤਰ ਕਤਰ ਤੂੰ ਸਰਬ ਜੀਆਂ। ਤੂੰ ਹਰ ਜੀ ਦੇ ਵਿੱਚ ਵਿਚਰ ਰਿਹਾ ਹੈ। ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਜਿਹੜਾ ਸਪੇਸ ਆਪਾਂ ਕਹਿ ਰਹੇ ਹਾਂ, ਜਿੰਨੇ ਵੀ ਜੀ ਵਸਦੇ ਨੇ, ਰਹਿੰਦੇ ਨੇ, ਸਾਰਿਆਂ ਦੇ ਵਿੱਚ ਤੂੰ ਮੌਜੂਦ ਹੈ।
ਗੁਰ ਪ੍ਰਸਾਦ, ਗੁਰ ਪ੍ਰਸਾਦੇ ਰਾਖ ਲੈ ਜਨ ਕੋ, ਹਰ ਰਸ ਨਾਨਕ ਝੋਲ ਪੀਆ। ਗੁਰ ਪ੍ਰਸਾਦ ਨਾਲ ਬਖਸ਼ਿਸ਼ ਕਰਕੇ ਰੱਖ ਲੈ, ਰੱਖ ਲੈਣਾ, ਰਾਖ ਲੈ, ਬੜੀ ਵਾਰੀ ਗੁਰਬਾਣੀ ਚ ਆਏਗਾ। ਇਹਦਾ ਮਤਲਬ ਹੈ ਨਾਮ ਦੀ ਦਾਤ ਦੇ। ਗੁਰ ਪ੍ਰਸਾਦ ਆਪਣੀ ਬਖਸ਼ਿਸ਼ ਕਰਕੇ ਰਾਖ ਲੈ, ਮਤਲਬ ਮੈਨੂੰ ਮੇਰੀ ਰਸਨਾ ਨੂੰ ਇੰਨੀ ਬਖਸ਼ਿਸ਼ ਕਰਕੇ ਰਸਨਾ ਸ਼ਬਦ ਅਭਿਆਸ ਵੱਲ ਆ ਜਾਵੇ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਰਾਖ ਲੈ, ਨਾਮ ਵਾਲੇ ਪਾਸੇ ਮੈਨੂੰ ਲਾ, ਤੇ ਉਸ ਪਾਸੇ ਵੱਲ ਲੱਗਿਆਂ ਨਾਮ ਜਪ ਜਪ ਕੇ ਨਾਮ ਰਸ ਪੀਣ ਲਈ ਕਿਰਪਾ ਕਰੋ। ਨਾਮ ਤੋਂ ਬਿਨਾ ਸਭ ਮਾਇਆ ਹੈ। ਜੇ ਬਾਬਾ ਨਾਨਕ ਨੂੰ ਇਹ ਕਹਿਣਾ ਪੈ ਗਿਆ ਵੀ ਗੁਰ ਪ੍ਰਸਾਦ ਰਾਖ ਲੈ ਜਨ ਕੋ, ਜਨ ਜਨ ਹੁੰਦਾ ਹੀ ਭਗਤ ਹੈ, ਜਨ ਹੁੰਦਾ ਹੀ ਸੇਵਾਦਾਰ ਹੈ। ਕਹਿੰਦੇ ਆਪਣੇ ਜਨ ਨੂੰ ਗੁਰ ਪ੍ਰਸਾਦ ਦੇ ਨਾਲ ਬਖਸ਼ਿਸ਼ ਕਰ ਕਿ ਮੈਂ ਵੀ ਨਾਮ ਜਪਾਂ, ਔਰ ਇੰਨਾ ਨਾਮ ਜਪਾਂ, ਨਾਮ ਜਪ ਜਪ ਕੇ ਰਸ ਪੀਵਾਂ, ਝੋਲ ਪੀਆ। ਕਿਉਂ? ਰਾਮ ਨਾਮ ਬਿਨ ਬਿਰਥੇ ਜਗ ਜਨਮਾਂ। ਜੇ ਆ ਅਵਸਥਾ ਨਹੀਂ ਆਈ, ਨਾਮ ਰਸ ਤੱਕ ਨਹੀਂ ਪਹੁੰਚੇ, ਤਾਂ ਵੇਸਟੇਜ ਆਫ ਲਾਈਫ ਹੈ। ਬਿਖ ਖਾਵੈ, ਬਿਖ ਬੋਲੀ ਬੋਲੈ, ਬਿਨ ਨਾਵੈ ਨੇਫਲ ਮਰ ਭ੍ਰਮਣਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇੱਥੇ ਆਪਣੀ ਜਿਹੜੀ ਵਿਚਾਰ ਹੈ ਉਹ ਸਮਾਪਤ ਕਰਦੇ ਹਾਂ।